ਹਿੰਦੂਤਵ ਦੀ ਸੋਚ ਕਹਿੰਦੇ ਕਿ ਇੱਕ ਦੇਸ਼ ਇੱਕ ਭਾਸ਼ਾ ਇੱਕ ਰਾਸ਼ਟਰ ਜਿਹੜੀ ਚਰਚਾ ਚੱਲ ਰਹੀ ਹੈ ਕੇਂਦਰ ਦੇ ਲੈਵਲ ਤੋਂ, ਤਾਂ ਉਹਨੂੰ ਲੈ ਕੇ ਹਮੇਸ਼ਾ ਭਾਜਪਾ ਟਾਰਗੇਟ 'ਤੇ ਰਹਿੰਦੀ, ਨਿਸ਼ਾਨੇ 'ਤੇ ਰਹਿੰਦੀ ਕਿ ਉਹ ਚਾਹੁੰਦੇ ਨਹੀਂ ਕਿ ਬਾਕੀ ਜਿਹੜੀਆਂ ਖਿੱਤੇ ਦੀਆਂ ਭਾਸ਼ਾਵਾਂ ਨੇ ਜਾਂ ਖਿੱਤੇ ਦੇ ਸੱਭਿਆਚਾਰ ਉਹ ਪ੍ਰਫੁੱਲਿਤ ਹੋਣ ਉਸ ਤਰੀਕੇ ਨਾਲ। ਸਾਨੂੰ ਉਹ ਫਲਾਣੇ ਤੋਂ ਡਰ ਲੱਗਦਾ, ਧਮਕਾਨਾ ਸਾਡਾ ਵਿਰਸਾ ਖਤਮ ਕਰ ਰਿਹਾ, ਉਹ ਕਰ ਰਿਹਾ, ਤੁਸੀਂ ਆਪਣਾ ਵਿਰਸਾ ਆਪ ਸੰਭਾਲੋ। ਹੁਣ ਤਾਂ ਬਹੁਤ ਸਾਰੇ ਕਿਸਾਨਾਂ ਦੇ ਆਗੂ ਵੀ ਸ਼ਾਮਿਲ ਹੋਏ ਨੇ, ਹੋ ਰਹੇ ਉਹਨਾਂ ਨੂੰ ਸਮਝ ਆ ਗਈ ਨਾ ਗੱਲ। ਉਹਨਾਂ ਨੂੰ ਇਹ ਤਾਂ ਗੱਲ ਸਮਝ ਆ ਗਈ ਕਿ ਉਹਨਾਂ ਤੋਂ ਤਾਂ ਨਹੀਂ ਮਾੜੇ ਜਿਨ੍ਹਾਂ ਨੇ ਟੈਂਕ ਚੜਾ ਦਿੱਤੇ, ਫੌਜਾਂ ਚੜਾਤੀਆਂ ਸਾਡੇ ਦਰਬਾਰ ਸਾਹਿਬ ਤੇ, ਉਹਨਾਂ ਤੋਂ ਤਾਂ ਨਹੀਂ ਮਾੜੇ ਜਿਨ੍ਹਾਂ ਨੇ ਦੰਗੇ ਕਰਾਤੇ 84 ਦੇ। ਉਹਨਾਂ ਨੂੰ ਇੰਨੀ ਤਾਂ ਸਮਝ ਆ ਨਾ ਪੰਜਾਬੀਆਂ ਨੂੰ, ਇਸ ਕਰਕੇ ਸ਼ਾਮਿਲ ਹੋ ਰਹੇ ਆ। ਕਾਨੂੰਨ ਵਾਪਸ ਹੋਏ, ਭਾਜਪਾ ਨੂੰ ਮੌਕਾ ਮਿਲ ਗਿਆ ਪੰਜਾਬ ਦੇ ਵਿੱਚ ਗੱਲਬਾਤ ਕਰਨ ਦਾ, ਲੋਕਾਂ ਦੇ ਵਿੱਚ ਵਿਚਰਨ ਦਾ। ਲੱਗਦਾ ਕਿ ਉਹ ਪੂਰਾ ਸਮਾਂ ਸੀਗਾ, ਤੁਸੀਂ ਵੀ ਉਸ ਸਮੇਂ ਨੂੰ ਦੇਖਿਆ ਹੈਗਾ, ਨਜ਼ਦੀਕ ਤੋਂ ਦੇਖਿਆ ਹੈਗਾ, ਉਹ ਸਮਾਂ ਕਿਤੇ ਨਾ ਕਿਤੇ ਭਾਜਪਾ ਲਈ ਨੁਕਸਾਨ ਦਾ ਕਾਰਨ ਬਣ ਸਕਦਾ ਪੰਜਾਬ ਦੇ। ਅਖੀਰ ਪ੍ਰਧਾਨ ਮੰਤਰੀ ਨੂੰ ਉੱਠਣਾ ਪਿਆ, ਉਹਨੇ ਕਿਹਾ ਕਿ ਮੈਂ ਸਮਝਣ ਤੇ ਸਮਝਾਉਣ 'ਚ ਕਮੀ ਰਹਿ ਗਈ ਆ, ਚਲੋ ਜੋ ਵੀ ਹੈ ਫਿਰ ਵੀ ਮੈਂ ਮਾफ़ੀ ਮੰਗਦਾ, ਸਪੈਸ਼ਲੀ ਕਿਸਾਨਾਂ ਤੋਂ। ਜਦੋਂ ਮਾफ़ੀ ਬੰਦਾ ਮੰਗ ਲੈ ਪ੍ਰਧਾਨ ਮੰਤਰੀ ਹੋ ਕੇ ਵੀ, ਫਿਰ ਪੰਜਾਬੀਆਂ ਦਾ ਇਹ ਸੁਭਾਅ ਹੋਣਾ ਚਾਹੀਦਾ ਜੋ ਸਾਡਾ ਵਿਰਸਾ ਆ। ਜੇ ਬਜ਼ੁਰਗਾਂ ਦੀ ਗੱਲ ਕਰਨੀ ਹੈ ਜੀ, ਫਿਰ ਘਰ ਆਏ ਮਹਿਮਾਨ ਨੂੰ ਸੀਨੇ ਨਾਲ ਲਾਈਦਾ। ਪਰ ਉਹ ਜਿਹੜੇ 750 ਕਿਸਾਨਾਂ ਦੀ ਜ਼ਿੰਦਗੀ ਗਈ ਇਸ ਅੰਦੋਲਨ ਦੇ ਦੌਰਾਨ, ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਦੇ ਬਾਰੇ ਇੱਕ ਸ਼ਬਦ ਨਹੀਂ ਬੋਲਿਆ। ਨਹੀਂ, ਉਹ ਬਹੁਤ ਫਿਕਰਮੰਦ ਹੈ, ਬੜੇ ਉਦਾਸ ਹੈ। ਬਹੁਤ ਮੁੱਖ ਮੰਤਰੀਆਂ ਨੂੰ ਦੇਖਦਾ ਆਪਣੇ ਸੂਬੇ ਲਈ ਲੜਦੇ ਆ, ਸਾਡੇ ਬੰਦੇ ਆਪਣੀ ਜ਼ਾਤ ਲਈ ਲੜਦੇ ਆ, ਮਤਲਬ ਸੈਲਫ ਲਈ, ਕਿ ਮੇਕ ਤਾਂ ਮੈਂ CM ਬਣਿਆ ਰਵਾਂ। ਇੱਥੇ ਤਾਂ ਕੋਈ ਰੇਤਾ ਫੱਕਣ ਵਾਲਾ ਲੱਭਦਾ, ਤੇ ਕੋਈ ਸਾਨੂੰ ਕੋਈ ਚਿੱਟੇ ਵੇਚੀ ਜਾਂਦਾ, ਕੋਈ ਖੱਟੇ ਵੇਚੀ ਜਾਂਦਾ। ਲਾਹਨਤੀ ਲੋਕਾਂ ਤੋਂ ਸਾਨੂੰ ਬਚਾ ਲਾ ਰੱਬਾ ਮੇਰਿਆ। ਅੱਜ ਕਰਨਾਲ ਪਾਣੀਪਤ ਤੋਂ ਲੈ ਕੇ ਕਦੀ ਗੁੜਗਾਉਂ ਜਾਓ, ਲੱਗਦਾ ਤੁਸੀਂ ਟੋਰਾਂਟੋ ਤੁਰੇ ਫਿਰਦੇ ਆ। ਤੇ ਉਹਦਾ ਮਤਲਬ ਇਹ ਹੈ ਪੰਜਾਬ ਨੂੰ ਵੀ ਵੈਂਕੂਵਰ ਬਣਾਉਣ ਦੀਆਂ ਗੱਲਾਂ ਹੋਈਆਂ ਸੀ, ਇਹ ਗੱਲਾਂ ਹੀ ਕਰ ਸਕਦੇ ਅਸੀਂ। ਉਹ ਕੋਈ ਠੇਕਾ ਲਿਆ ਇੱਕੋ ਹੀ ਕਿਸੇ ਕਾਸਟ ਨੇ, ਕਿਸੇ ਦੇ ਕੋਲ ਵੀ ਆਵੇ, ਗਰੀਬਾਂ ਦੇ ਬੱਚੇ ਵੀ ਬਣਨ, CM ਬਣਨ, PM ਬੇਸ਼ੱਕ ਬਣਨ। ਬਣਿਆ ਹੀ ਆ, ਭਾਂਡੇ ਮਾਂਜਦੇ ਹੁੰਦੀ ਸੀ ਮਾਤਾ ਮੋਦੀ ਸਾਹਿਬ ਜਿਹਨਾਂ ਨੂੰ ਕਹਿੰਦੇ, ਉਹ ਮੁੰਡਾ ਉੱਠਿਆ ਬੱਚਾ, ਉਹਨੇ ਸੰਘਰਸ਼ ਕੀਤਾ, PM ਬਣਿਆ, ਇੱਦਾਂ CM ਵੀ ਬਣੇ, ਕੋਈ ਗੱਲ ਨਹੀਂ, ਕੋਈ ਹਰਜ ਨਹੀਂ, ਪਰ ਉਹਦੇ ਵਿੱਚ ਕਾਸਟਿਜ਼ਮ ਨਾ ਆਵੇ। ਫਿਲਹਾਲ ਇੱਕ ਚਾਂਸ BJP ਨੂੰ ਇਸ ਕਰਕੇ ਦੇਣਾ ਚਾਹੀਦਾ ਕਿ ਕਾਮਯਾਬੀ ਨਾਲ ਉੱਥੇ ਰਾਜ ਕਰ ਰਿਹਾ ਸੈਂਟਰ 'ਚ, ਸਾਰੇ ਹੋਰ ਵੀ ਬਹੁਤ ਸਾਰੇ ਸੂਬਿਆਂ 'ਚ। ਇੱਕ ਵਾਰੀ ਪੰਜਾਬ ਵਿੱਚ ਇੰਡੀਪੈਂਡੈਂਟ ਅਗਰ ਰਾਜ ਆ ਗਿਆ ਇਹਨਾਂ ਦਾ, ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਕਮੀ ਛੱਡੇ। ਐ ਮੇਰੇ ਵਤਨ ਕੇ ਲੋਗੋ ਜ਼ਰਾ ਆँख में भर लो पानी, दीदी को विदा आज करके आज खत्म हो गई कहानी, है मेरे वतन के लोग। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ, ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੂਗਲ। ਪਾਸ਼ ਲਿਖਦਾ ਹੈ ਕਿ ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ ਤੇਰੇ ਸੌ ਪੁੱਤ ਨਹੀਂ ਹਾਂ। ਜ਼ਿੰਦਗੀ ਦੇ ਵਿੱਚ ਸੰਘਰਸ਼ ਚੱਲਦਾ ਰਹਿੰਦਾ ਹੈਗਾ, ਹਾਲਾਤਾਂ ਦੇ ਨਾਲ ਯੁੱਧ ਕਰਨਾ ਪੈਂਦਾ। ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਇਸ ਵੇਲੇ, ਤਾਂ ਇਸ ਵੇਲੇ ਹਾਲਾਤ ਬਿਲਕੁਲ ਐਸੇ ਬਣੇ ਹੋਏ ਨੇ ਕਿ ਯੁੱਧ ਵਰਗਾ ਮਾਹੌਲ ਹੋਇਆ ਪਿਆ, ਤੇ ਲੋਕ ਆਪਣੇ ਪੱਧਰ ਤੇ ਕੋਸ਼ਿਸ਼ ਕਰ ਰਹੇ ਨੇ ਕਿ ਇੱਕ ਵੱਖਰੀ ਤਰੀਕੇ ਦੀ ਰਾਜਨੀਤੀ ਦੇ ਵਿੱਚ ਪੈੜ ਬੰਨੀ ਜਾਵੇ। ਤਾਂ ਅੱਜ ਅਸੀਂ ਪੰਜਾਬ ਦੀ ਰਾਜਨੀਤੀ ਮੁਤਲਕ ਜ਼ਿਆਦਾ ਗੱਲਬਾਤ ਦੇ ਲਈ ਹੰਸਰਾਜ ਹੰਸ ਹੋਰਾਂ ਦੇ ਕੋਲ ਪਹੁੰਚੇ ਹਾਂ। ਗੱਲਬਾਤ ਕਰਕੇ ਸਮਝਣਾ ਹੈਗਾ, ਕਿਉਂਕਿ ਭਾਜਪਾ ਨੇ ਵੱਡੀ ਜ਼ਿੰਮੇਵਾਰੀ ਦੇ ਕੇ ਪੰਜਾਬ ਦੇ ਵਿੱਚ ਘੱਲਿਆ ਹੈਗਾ, ਤੇ ਗੱਲਬਾਤ ਕਰਕੇ ਪੰਜਾਬ ਦੇ ਹਾਲਾਤ ਸਮਝਣੇ ਹੈਗੇ ਕਿ ਪੰਜਾਬ ਦੀਆਂ 2022 ਦੀਆਂ ਚੋਣਾਂ ਨੂੰ ਲੈ ਕੇ ਕੀ ਨਜ਼ਰੀਆ ਹੈਗਾ। ਹੰਸ ਸਾਹਿਬ, ਸਭ ਤੋਂ ਪਹਿਲਾਂ ਦਾ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਭੋਗਲ ਸਾਹਿਬ, ਸਪੋਕਸਮੈਨ ਦੇ ਸਾਰੇ ਜਿੰਨੇ ਆਏ ਮਹਿਮਾਨ, ਉਹਨਾਂ ਨੂੰ ਵੀ, ਇਹ ਕਰਿਊ ਨੂੰ, ਤੁਹਾਡੇ ਨੂੰ, ਤੇ ਤੁਹਾਡੇ ਵਿਊਵਰਸ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਔਰ ਨਮਸਕਾਰ। ਹਾਂ ਸਾਹਿਬ, ਜਦੋਂ ਤੁਹਾਡੀ ਗਾਇਕੀ ਦੀ ਗੱਲ ਕਰੀਏ ਤਾਂ ਕੋਈ ਤੋਲ ਨਹੀਂ ਹੈਗਾ, ਤੇ ਹੁਣ ਸਿਆਸਤ ਦੇ ਵਿੱਚ ਆਣ ਕੇ ਜਿਸ ਤਰੀਕੇ ਨਾਲ ਇਸ ਵੇਲੇ ਵੱਡੀਆਂ ਜ਼ਿੰਮੇਵਾਰੀਆਂ ਭਾਜਪਾ ਸੌਂਪ ਰਹੀ ਹੈ, ਖਾਸ ਕਰਕੇ ਪੰਜਾਬ ਨੂੰ ਲੈ ਕੇ, ਤੁਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ, ਮੋਗਾ ਦੇ ਵਿੱਚ ਜਾ ਕੇ ਆਏ ਹੋ, ਨਜ਼ਰ ਕੀ ਆ ਰਿਹਾ ਹੈਗਾ ਇਸ ਵਕਤ? ਨਜ਼ਰ ਆ ਰਿਹਾ, ਰੌਸ਼ਨੀ ਆ ਰਹੀ ਹੈ, ਸੱਚ ਆ ਰਿਹਾ, ਹੱਕ ਆ ਰਿਹਾ। ਜੇ ਲੋਕੀ ਸਮਝ ਜਾਣ ਤੇ ਇਹ ਟਰਨਿੰਗ ਪੁਆਇੰਟ ਹੋਏਗਾ ਪੰਜਾਬ ਲਈ, ਕਿ ਜਿਹੜੀ ਪਾਰਟੀ ਦੀ ਸਰਕਾਰ ਸੈਂਟਰ 'ਚ ਹੈ ਉਹੀ ਜੇ ਸੂਬੇ ਦੀ ਬਣ ਗਈ, ਇੱਕ ਤਾਂ ਟਕਰਾਓ ਖਤਮ ਹੋਏਗਾ, ਦੂਸਰਾ ਸਭ ਕਾ ਸਾਥ ਸਭ ਕਾ ਵਿਕਾਸ। ਜੀ,
ਇਹ ਜ਼ਿਕਰ ਜਿਹੜਾ ਤੁਸੀਂ ਕੀਤਾ ਸਬਕਾ ਸਾਥ ਸਬਕਾ ਵਿਕਾਸ, ਲੱਗਦਾ ਕਿ ਸਾਥ ਮਿਲ ਰਿਹਾ ਇਸ ਵੇਲੇ? ਹਾਂ, ਸਾਥ ਮਿਲ ਰਿਹਾ ਹੁਣ ਲੋਕਾਂ 'ਚ ਬਹੁਤ। ਤੁਸੀਂ ਦੇਖ ਰਹੇ ਹੋ ਕਿੰਨੇ ਲੋਕ ਰੋਜ਼ ਸ਼ਾਮਲ ਹੋ ਰਹੇ ਆ। ਬਿਲਕੁਲ, ਕੋਈ ਵੀ ਪਾਰਟੀ ਚੋਂ ਬੰਦਾ ਛੱਡ ਰਿਹਾ। ਹਾਂ, ਨਾਮਵਰ ਬੰਦੇ ਵੀ ਹੋ ਰਹੇ ਆ, ਐਕਟਰ ਵੀ ਹੋ ਰਹੇ ਆ, ਪੋਲੀਟੀਸ਼ੀਅਨਸ ਹੋ ਰਹੇ ਆ, ਹਰ ਸ਼ੋਬੇ ਤੋਂ ਬੰਦੇ ਆ ਰਹੇ ਆ। ਇਹ ਅੱਛੀ ਗੱਲ ਹੈ, ਬਹੁਤ ਅੱਛੀ ਗੱਲ। ਵੈਸੇ ਹਾਂ ਸਾਹਿਬ, ਕਿਹੜੀ ਐਸੀ ਗੱਲ ਹੈ ਭਾਜਪਾ ਦੇ ਵਿੱਚ ਕਿ ਕੋਈ ਵੀ ਬੰਦਾ ਇਸ ਵੇਲੇ ਕੋਈ ਵੀ ਪਾਰਟੀ ਛੱਡ ਰਿਹਾ, ਚਾਹੇ ਕਾਂਗਰਸ ਛੱਡ ਰਿਹਾ, ਚਾਹੇ ਆਮ ਆਦਮੀ ਪਾਰਟੀ ਛੱਡ ਰਿਹਾ, ਉਹ ਭਾਜਪਾ ਵੱਲ ਜਾ ਰਿਹਾ? ਕਾਰਨ ਕੀ ਲੱਗਦੇ ਨੇ ਤੁਹਾਨੂੰ? ਮੇਰੇ ਖਿਆਲ ਲੋਕਾਂ ਨੇ ਨਾ ਆਹ ਡਿਬੇਟ ਸੁਣ ਕੇ ਇੰਨਾ ਸਾਰਾ ਕੁਝ ਭੁਗਤ ਕੇ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਦੇਖੋ ਪ੍ਰੈਕਟੀਕਲ ਹੋਣ ਦੀ ਲੋੜ ਆ। ਇੱਕ ਵਾਰੀ ਜਿਹੜੀ ਸਰਕਾਰ ਸੂਬਾ ਬਣੇ ਉਹਦਾ ਸੈਂਟਰ ਨਾਲ ਟਕਰਾਓ ਨਾ ਹੋਵੇ, ਬਲਕਿ ਸੈਂਟਰ 'ਚ ਵੀ ਉਸੇ ਪਾਰਟੀ ਦੀ ਹੋਵੇ, ਫਿਰ ਇਹਦੀ ਜੂਨ ਸੁਧਰ ਸਕਦੀ ਹੈ। ਵਰਨਾ ਟਕਰਾਓ 'ਚ 5 ਸਾਲ ਨਿਕਲ ਜਾਂਦੇ ਆ। ਇੱਦਾਂ ਦੇ ਵੀ ਸਮੇਂ ਆਏ ਜਦੋਂ ਸੈਂਟਰ ਦੇ ਵਿੱਚ ਸਰਕਾਰ ਵੀ ਸੇਮ ਸੀ, ਪੰਜਾਬ ਦੇ ਵਿੱਚ ਵੀ ਉਹਨਾਂ ਦੇ ਭਾਈਵਾਲ ਸੀ, ਪਰ ਵਿਕਾਸ ਉਦੋਂ ਵੀ ਨਹੀਂ ਹੋਇਆ। ਬੜੇ ਇਲਜ਼ਾਮ ਲੱਗਦੇ ਰਹੇ। ਲੱਗਦਾ ਕਿ ਉਹ ਸਮਾਂ ਬਹੁਤ ਪ੍ਰੀਸ਼ੀਅਸ ਸਮਾਂ ਸੀਗਾ, ਜਿੱਦਾਂ ਤੁਸੀਂ ਹੁਣ ਕਹਿ ਰਹੇ ਕਿ ਜੇ ਦੋਹੀਂ ਧਿਰਾਂ ਇਕੱਠੀਆਂ ਹੋਣ, ਇੱਕੋ ਪੱਖ ਦੀਆਂ ਹੋਣ, ਤਾਂ ਪੰਜਾਬ ਦਾ ਵਿਕਾਸ ਹੋ ਸਕਦਾ। ਉਦੋਂ ਦੇਖੋ ਸੜਕਾਂ ਕਿੱਡੀਆਂ ਸ਼ਾਨਦਾਰ ਬਣੀਆਂ, ਵਿਰਾਸਤ-ਏ ਖਾਲਸਾ ਤੋਂ ਲੈ ਲਓ, ਜੰਗੀ ਸ਼ਹੀਦਾਂ ਦੀ ਯਾਦਗਾਰ ਲੈ ਲਓ, ਬਾਬਾ ਬੰਦਾ ਸਿੰਘ ਬਹਾਦਰ ਦੀ ਲੈ ਲਓ, ਰਾਮ ਤੀਰਥ ਗੁਰੂ ਵਾਲਮੀਕ ਧਾਮ ਲੈ ਲਓ, ਖਰਾਲਗੜ੍ਹ ਗੁਰੂ ਰਵਿਦਾਸ ਜੀ ਦਾ ਲੈ ਲਓ, ਮੰਦਰਾਂ, ਕੁਛ ਨਾ ਕੁਛ ਹੋਇਆ ਤਾਂ ਸੀ ਨਾ। ਹੁਣ ਦੱਸੋ ਕੀ ਹੋਇਆ? ਕੋਈ ਇੱਕ ਚੀਜ਼ ਦੱਸੋ, ਇੱਕ ਪ੍ਰੋਜੈਕਟ ਕਿ ਪਿਛਲੇ 5 ਸਾਲਾਂ 'ਚ ਆਹ ਹੋਇਆ। ਸਵਾ ਰੇਤਾ ਫੱਕਣ ਦੇ ਤੇ ਦੂਸਰਾ ਜੋ ਮਾਫੀਆ ਸ਼ਾਫੀਆ ਜੋ ਵੀ ਹੈ। ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਹੁਣ ਤੁਸੀਂ ਮਾਫੀਆ ਦਾ ਜ਼ਿਕਰ ਕੀਤਾ, ਕਿਉਂਕਿ ਇਸ ਨੂੰ ਆਧਾਰ ਬਣਾ ਕੇ ਸਿੱਧੇ ਤੌਰ ਤੇ ਅਕਾਲੀ ਦਲ ਨੂੰ ਘੇਰਿਆ ਜਾਂਦਾ ਰਿਹਾ ਕਿ ਅਕਾਲੀ ਦਲ ਦੇ ਸਮੇਂ ਪਿਛਲੇ 10 ਸਾਲਾਂ ਦੇ ਵਿੱਚ ਮਾਫੀਆ ਨੇ ਇੰਨੇ ਪੈਰ ਪਸਾਰ ਲਈ ਕੋਈ ਹਿਸਾਬ ਨਹੀਂ ਰਿਹਾ, ਤੇ ਕਾਂਗਰਸ ਇਹੀ ਕਹਿੰਦੀ ਰਹੀ ਕਿ ਅਸੀਂ ਨਾ 5 ਸਾਲਾਂ ਦੇ ਵਿੱਚ ਮਾਫੀਆ ਖਤਮ ਕਰਨ ਦੇ ਵਿੱਚ ਭੂਮਿਕਾ ਨਿਭਾਈ ਹੈ। ਲੱਗਦਾ ਕਿ ਤੁਹਾਨੂੰ ਮਾਫੀਆ ਖਤਮ ਹੋ? ਜੇ ਕਾਂਗਰਸ ਕਹਿੰਦੀ ਸੀ ਤਾਂ ਫਿਰ 5 ਸਾਲ ਮਿਲੇ ਸੀ ਤੇ ਦਾਗ ਧੋ ਦਿੰਦੀ। ਜੇ ਉਹਨੂੰ ਦਾਗ ਲੱਗਦਾ ਸੀ ਧੋ ਦਿੰਦੀ। 5 ਸਾਲਾਂ 'ਚ ਉਹਨਾਂ ਨੇ ਤਾਂ ਕੱਖ ਵੀ ਨਹੀਂ ਨਾ ਕੀਤਾ। ਤੇ ਜੇ ਕੀਤਾ ਹੁੰਦਾ ਤੇ ਅੱਜ ਲੋੜ ਨਾ ਪੈਂਦੀ ਇੰਨੇ ਧੱਕੇ ਖਾਣ ਦੀ, ਲੋਕਾਂ ਨੇ ਆਪੇ ਚੁਣ ਲੈਣਾ ਸੀ। ਹਾਂ ਸਾਹਿਬ, ਤੁਹਾਡਾ ਲੰਮਾ ਤਜਰਬਾ ਰਿਹਾ ਗਾਇਕੀ ਦੇ ਵਿੱਚ। ਤੁਸੀਂ ਪੰਜਾਬ ਦੀ ਸੱਭਿਆਚਾਰਕ ਜਿਹੜੀ ਆਪਾਂ ਕਹਿ ਲਈ ਪਿਛੋਕੜ ਹੈਗਾ, ਜਾਂ ਲੋਕਾਂ ਦੇ ਵਿੱਚ ਵਿਚਰਦਾ ਜਿਹੜਾ ਇੱਕ ਤਰੀਕਾ ਹੈਗਾ ਲੋਕਾਂ ਦੇ ਵਿੱਚ ਜਾਣ ਦਾ, ਕਿਉਂਕਿ ਬਹੁਤ ਸਾਰੀਆਂ ਥਾਵਾਂ 'ਤੇ ਸ਼ੋਅ ਤੁਸੀਂ ਕਰਦੇ ਰਹੇ ਹੋ, ਲੋਕਾਂ ਦੇ ਵਿੱਚ ਆਉਣਾ ਜਾਣਾ ਰਿਹਾ, ਤੁਹਾਨੂੰ ਕਿਹੜੀਆਂ ਦਿੱਕਤਾਂ ਇਸ ਵੇਲੇ, ਕਿਉਂਕਿ ਤੁਸੀਂ ਬੜੀ ਨਜ਼ਦੀਕ ਤੋਂ ਲੋਕਾਂ ਨੂੰ ਸਮਝਿਆ ਹੈਗਾ, ਬੜੇ ਆਮ ਲੋਕਾਂ ਦੇ ਵਿੱਚ ਵੀ ਗਏ ਹੋ, ਬੜੇ ਖਾਸ ਲੋਕਾਂ ਦੇ ਵਿੱਚ ਵੀ ਗਏ ਹੋ, ਕਿਹੜੀਆਂ ਚੀਜ਼ਾਂ ਲੱਗਦੀਆਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਲਈ ਆਹ ਵਾਲੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ, ਜਿਹੜੀਆਂ ਪਿਛਲੇ 5, 10, 15 ਸਾਲਾਂ ਤੋਂ ਨਹੀਂ ਹੋ ਪਾ ਰਹੀਆਂ? ਸਭ ਤੋਂ ਪਹਿਲਾਂ ਹੈਲਥ ਐਂਡ ਐਜੂਕੇਸ਼ਨ ਸਿਸਟਮ ਸੁਧਾਰਨਾ ਚਾਹੀਦਾ। ਹੈਲਥ ਦੇ ਹਵਾਲੇ ਨਾਲ ਚੱਜ ਦੇ ਹੌਸਪੀਟਲ ਨੇ, ਇੱਕੋ PGI ਆ, ਸਟਰੈਚਰ 'ਤੇ ਲਟਕਾਏ ਹੁੰਦੇ ਆ। ਉਸ ਤੋਂ ਬਾਅਦ ਐਜੂਕੇਸ਼ਨ ਦਾ ਆਲਮ ਇਹ ਆ ਕਿ ਜਿਹੜਾ ਤਾਂ ਅਫੋਰਡ ਕਰਦਾ ਅਮੀਰ ਬੰਦਾ ਉਹ ਚੰਗੇ ਸਕੂਲਾਂ 'ਚ ਨਿਆਣੇ ਪੜ੍ਹਾ ਦਿੰਦਾ, ਗਰੀਬਾਂ ਦੇ ਬੱਚੇ ਉੱਥੇ ਵਿਚਾਰੇ ਖੋਤੀ ਖਾਨਿਆਂ ਜਾਂ 'ਚ ਪੜ੍ਹੀ ਜਾਂਦੇ ਆ। ਦੁਪਹਿਰ ਨੂੰ ਪੱਪਾ ਜਿਹਾ ਘੋਲ ਕੇ ਪਿਲਾ ਦਿੰਦੇ ਆ, ਰਹਿੰਦਾ ਖੁੰਦਾ ਵੀ ਦਿਮਾਗ ਉਹਦੇ ਨਾਲ ਹੋ ਜਾਂਦਾ। ਅਤੇ ਇੰਡਸਟਰੀ ਦੀ ਦੇਖ ਲਓ ਕੀ ਹਾਲਤ ਹੈ ਜੀ। ਟੈਕਸਟਾਈਲ ਲੁਧਿਆਣੇ ਆ, ਹੋਰ ਫੈਕਟਰੀਆਂ ਲੱਗਣੀਆਂ ਚਾਹੀਦੀਆਂ। ਬੇਰੁਜ਼ਗਾਰੀ ਦਾ ਇਹ ਆ ਕਿ ਬੱਚਾ ਇੱਥੇ ਕੋਈ ਰਹਿਣਾ ਹੀ ਨਹੀਂ ਚਾਹੁੰਦਾ, ਕਿਉਂਕਿ ਉਹ ਟੈਂਕੀਆਂ 'ਤੇ ਚੜੀ ਧੀਆਂ ਨੂੰ ਦੇਖਦੇ ਆ, ਛਾਲਾਂ ਮਾਰਦਿਆਂ ਨੂੰ ਦੇਖਦੇ ਆ, ਡਿਗਰੀਆਂ ਲਈ ਫਿਰਦੇ ਆ, ਜੋਬ ਇਹ ਦਿੰਦੇ ਨਹੀਂ। ਅਨਐਮਪਲੋਇਮੈਂਟ ਇੰਨੀ ਆ ਕਿ ਤਰਸ ਨਹੀਂ ਆਉਂਦਾ ਸਿਆਸਤਦਾਨਾਂ ਨੂੰ। ਕੋਈ ਸਿਸਟਮ 'ਚ ਸੁਧਾਰ ਆਵੇ। ਸਭ ਤੋਂ ਪਹਿਲਾਂ ਖੇਤੀਬਾੜੀ, ਇਸ ਜ਼ਮੀਨ ਨੂੰ ਪਾਣੀ ਦੇ ਲੈਵਲ ਦਾ ਫਿਕਰ ਕੀਤਾ ਜਾਵੇ, ਜਿਹੜੀ ਸਾਡਾ ਮੇਨ ਹੈ ਸਾਡੇ ਕੋਲ। ਉਸ ਤੋਂ ਬਾਅਦ ਇੰਡਸਟਰੀ ਦਾ ਫਿਕਰ ਕੀਤਾ ਜਾਵੇ। ਐਜੂਕੇਸ਼ਨ ਹਾਈ ਲੈਵਲ 'ਤੇ ਸਾਡੇ IAS IPS ਸਭ ਬੜੀ ਤਰਾਸਦੀ ਹੈ ਕਿ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਉਹ ਕਰਨਾਟਕ ਵਾਲੀ ਸਾਈਡ ਜਾਂ ਉੱਧਰਲੇ ਪਾਸੇ ਦੇਖ ਲਓ, ਉੱਧਰੋਂ ਆਉਂਦੇ ਬੱਚੇ, ਇੱਧਰੋਂ ਨਹੀਂ ਆਉਂਦੇ। ਉੱਦਾਂ ਅਸੀਂ ਇੰਨਾ ਬੋਲਦੇ ਹਾਂ ਪੰਜਾਬ, ਕਿਸੇ ਜ਼ਮਾਨੇ ਵਿੱਚ ਪੰਜਾਬ ਹੁੰਦਾ ਵੀ ਸੀ ਜੋ ਸੁਣਨ ਨੂੰ ਮਿਲਦਾ, ਲੇਕਿਨ ਆਹਿਸਤਾ ਆਹਿਸਤਾ ਨਿਘਾਰ ਵੱਲ ਗਿਆ। ਇਹਦੇ ਲਈ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਦੋਸ਼ ਮੰਨ ਕੇ ਇੱਕ ਤਾਂ ਰਿਟਾਇਰ ਹੋਣਾ ਚਾਹੀਦਾ। ਦੂਜਾ, ਨਵੇਂ ਬੱਚੇ ਉੱਠਣ, ਯੂਥ ਯੰਗ ਉੱਠੇ, ਉਹ ਜਿਤਨੇ ਵੀ ਯੰਗਸਟਰ ਆ, ਨੌਜਵਾਨ ਆ, ਮੁੰਡੇ ਅਤੇ ਕੁੜੀਆਂ, ਉਹ ਬੜੇ ਧੀਆਂ। ਮੈਂ ਦੇਖਿਆ ਅੰਮ੍ਰਿਤਸਰ ਸਕੂਲ 'ਚ ਕੋਈ ਇੰਟਰਵਿਊ ਕਰ ਰਿਹਾ ਸੀ, ਨਿੱਕੀਆਂ ਨਿੱਕੀਆਂ ਬੱਚੀਆਂ +2 ਦੀਆਂ ਹੋਣਗੀਆਂ ਜਾਂ BA ਕਰਦੇ, ਬੜਾ ਸੋਹਣਾ ਬੋਲ ਰਹੀਆਂ ਸੀ। ਉਹਨਾਂ ਨੂੰ ਪਤਾ ਸੀ ਪੰਜਾਬ ਦੇ ਮਸਲਿਆਂ ਬਾਰੇ। ਅਤੇ ਬੱਚਿਆਂ ਨੂੰ ਹੁਣ, ਬੱਚੇ ਅਵੇਅਰ ਆ, ਲੋਕਾਂ ਨੂੰ ਹੁਣ ਚਾਹੀਦਾ ਕਿ
ਕੋਈ ਨਵੀਂ ਗੱਲ ਜੀ ਚੱਲੇ। ਤੇ ਫਿਲਹਾਲ ਇੱਕ ਚਾਂਸ ਬੀਜੇਪੀ ਨੂੰ ਇਸ ਕਰਕੇ ਦੇਣਾ ਚਾਹੀਦਾ ਕਿ ਕਾਮਯਾਬੀ ਨਾਲ ਉੱਥੇ ਰਾਜ ਕਰ ਰਿਹਾ ਸੈਂਟਰ 'ਚ, ਸਾਰੇ ਹੋਰ ਵੀ ਬਹੁਤ ਸਾਰੇ ਸੂਬਿਆਂ 'ਚ। ਇੱਕ ਵਾਰੀ ਪੰਜਾਬ ਵਿੱਚ ਇੰਡੀਪੈਂਡੈਂਟ ਅਗਰ ਰਾਜ ਆ ਗਿਆ ਇਹਨਾਂ ਦਾ, ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਕਮੀ ਛੱਡਣਗੇ। ਤੁਸੀਂ ਖੇਤੀਬਾੜੀ ਦਾ ਜ਼ਿਕਰ ਕੀਤਾ, ਪੰਜਾਬ ਖੇਤੀ ਪ੍ਰਧਾਨ ਸੂਬਾ, ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਹੁਣ ਲਗਾਤਾਰ ਇਹਦੇ ਵਿੱਚ ਵੀ ਨਿਗਾਰ ਆ ਰਿਹਾ ਕਿ ਲਾਹੇਵੰਦ ਦਾ ਸੌਦਾ ਜਿਹੜਾ ਸੀ ਉਹ ਘਾਟੇ ਦਾ ਸੌਦਾ ਬਣਦੀ ਜਾ ਰਹੀ। ਘਾਟੇ ਦਾ ਹੀ ਜੀ, ਪਾਣੀ ਦਾ ਲੈਵਲ ਦੇਖੋ, ਅਸੀਂ ਫਸਲਾਂ ਉਹ ਬੀਜੀਆਂ, ਸਾਨੂੰ ਯੂਨੀਵਰਸਿਟੀ ਜੀ ਹਰੀ ਕ੍ਰਾਂਤੀ ਕਾਹਦੀ ਸੀਗੀ ਇੱਥੇ, ਜਿਹੜੀ ਹੁਣ ਮੈਂ ਦੇਖਿਆ, ਮੈਂ ਕਿਹਾ ਜੀ ਰੋਟੀ ਬੜੀ ਸੋਹਣੀ ਹੈ, ਆਰਾਮ ਨਾਲ ਚਿੱਥ ਲਈ ਹੈ, ਚਬਾ ਲਈ। ਕਹਿੰਦੇ ਜੀ ਇਹ ਮੱਧ ਪ੍ਰਦੇਸ਼ ਦਾ ਆਟਾ ਆਇਆ। ਫਿਰ ਮੈਂ ਕਿਸੇ ਤੋਂ ਪੁੱਛਿਆ ਵੀ ਮੱਧ ਪ੍ਰਦੇਸ਼ ਦੀ ਕੀ ਖਾਸ, ਉਹ ਰੋਣ ਲੱਗ ਪਿਆ, ਬੰਦਾ ਸਮਝਦਾ ਸੀ ਖੇਤੀਬਾੜੀ ਨੂੰ। ਕਹਿੰਦਾ ਇੱਥੋਂ ਗਿਆ ਬੀਜ, ਉੱਥੇ ਬੀਜਿਆ, ਤੇ ਇਹਨਾਂ ਨੇ ਬੇੜਾ ਗਰਕ ਕਰਤਾ ਪੈਪਸੀਸਾਈਡ ਪਾ ਕੇ। ਗਾਵਾਂ ਬ੍ਰਾਜ਼ੀਲ 'ਚੋਂ ਮਿਲ ਰਹੀਆਂ, ਉਹ ਜਿਹੜੀਆਂ ਇੱਥੇ ਹੁੰਦੀਆਂ ਸੀ ਗਾਵਾਂ ਮੱਝਾਂ, ਤੇ ਅਸੀਂ ਕੁਛ ਸੰਭਾਲ ਹੀ ਨਹੀਂ ਸਕੇ ਆਪਣਾ। ਸਾਡਾ ਪਤਾ ਨਹੀਂ ਕਿਉਂ ਇੰਨਾ ਨਿਗਾਰ ਵੱਲ ਡੇ ਬਾਈ ਡੇ ਚਲੀ ਗਏ। ਔਰ ਇਹ ਤਾਂ ਕਮਾਲ ਦੀ ਜ਼ਰਖੇਜ਼ ਆ ਧਰਤੀ ਹੈ। ਹਾਂ ਸਭ ਨਿਰਾਸ਼ਾ ਹੁੰਦੀ ਹੈ ਕਦੇ ਕਦੇ, ਬਹੁਤ ਜ਼ਿਆਦਾ ਨਿਰਾਸ਼ਾ ਹੁੰਦੀ ਹੈ ਜਦੋਂ ਬੱਚਿਆਂ ਨੂੰ ਦੇਖਦੇ ਹਾਂ। ਜਿਹੜਾ ਵੀ ਉੱਠਦਾ ਕਹਿੰਦਾ ਕਿ +2 ਕਰਕੇ IELTS ਕਰਕੇ ਫਟਾਫਟ ਭੱਜੀਏ ਇੱਥੋਂ। ਬਹੁਤ ਇਨਸਿਕਿਉਰਿਟੀ ਹੈ। ਜਿਤਨੀ ਦੇਰ ਸੋਸ਼ਲ ਸਿਕਿਉਰਿਟੀ ਨਾ ਮਿਲੇ ਸਾਰੇ ਸਮਾਜ ਨੂੰ, ਅੱਛੀ ਐਜੂਕੇਸ਼ਨ ਨਾ ਮਿਲੇ, ਸੈਲਫ ਡਿਪੈਂਡ ਨਾ ਹੋਵੇ, ਅਨਐਮਪਲੋਇਮੈਂਟ ਖਤਮ ਨਾ ਹੋਵੇ, ਅੱਛੇ ਹੌਸਪੀਟਲ ਨਾ ਹੋਣ, ਅੱਛੇ ਵਿਦਿਅਕ ਅਦਾਰੇ ਨਾ ਹੋਣ, ਹੋਰ ਨਹੀਂ ਕੁਛ, ਮਿਊਜ਼ਿਕ ਇੰਸਟੀਚਿਊਟ ਹੀ ਖੋਲ੍ਹ ਲਓ, ਬੱਚੇ ਅੱਛਾ ਮਿਊਜ਼ਿਕ ਸਿੱਖਣ, ਕਿੰਨਾ ਸ਼ੌਕ ਆ। ਸਭ ਤੋਂ ਵੱਡੀ ਇੰਡਸਟਰੀ ਆ ਮਿਊਜ਼ਿਕ ਇੰਡਸਟਰੀ। ਅਤੇ ਕੋਈ ਕਲਾਕਾਰ ਕਲੋਨੀ ਹੋਵੇ, ਕਲਾਕਾਰ ਜਿਹੜੇ ਵਿਚਾਰੇ ਗਰੀਬ ਆ ਉਹਨਾਂ ਲਈ ਪੈਨਸ਼ਨਾਂ ਹੋਣ, ਸਾਰੀ ਜ਼ਿੰਦਗੀ ਉਹ ਤੁਹਾਡੇ ਘਰਾਂ 'ਚ ਰੌਣਕਾਂ ਲਾਉਂਦੇ ਆ, ਐਂਡ ਕਿੱਡਾ ਭੈੜਾ ਹੁੰਦਾ ਉਹਨਾਂ ਦਾ। ਕੋਈ ਸੋਚਦਾ ਹੀ ਨਹੀਂ। ਵਿਰਸਾ, ਸਾਡੇ ਲੋਕ ਗੀਤ ਗਵਾਚ ਰਹੇ ਆ, ਸਾਡਾ ਵਿਰਸਾ ਗਵਾਚ ਰਿਹਾ। ਨਾ ਧਾਰਮਿਕ ਵਿਰਸਾ ਅਸੀਂ ਸੰਭਾਲ ਸਕੀਏ, ਨਾ ਦੂਸਰਾ ਸੱਭਿਆਚਾਰਕ। ਸਰ ਇਸ ਮੁਤਲਕ ਜਦੋਂ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਜਿਹੜੀ ਇੱਕ ਵੱਡੀ ਸੰਸਕ੍ਰਿਤੀ ਆ ਉਹਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਛੋਟੀਆਂ ਸੰਸਕ੍ਰਿਤੀਆਂ ਨੂੰ ਦੱਬ ਲਿਆ ਜਾਵੇ। ਇੱਕ ਸੋਚ ਜਿਹੜੀ ਹੈ ਹਿੰਦੂਤਵ ਦੀ ਸੋਚ, ਕਹਿੰਦੇ ਕਿ ਇੱਕ ਦੇਸ਼, ਇੱਕ ਭਾਸ਼ਾ, ਇੱਕ ਰਾਸ਼ਟਰ, ਜਿਹੜੀ ਚਰਚਾ ਚੱਲ ਰਹੀ ਹੈ ਕੇਂਦਰ ਦੇ ਲੈਵਲ ਤੋਂ, ਤਾਂ ਉਹਨੂੰ ਲੈ ਕੇ ਹਮੇਸ਼ਾ ਭਾਜਪਾ ਟਾਰਗੇਟ 'ਤੇ ਰਹਿੰਦੀ, ਨਿਸ਼ਾਨੇ 'ਤੇ ਰਹਿੰਦੀ ਕਿ ਉਹ ਚਾਹੁੰਦੇ ਨਹੀਂ ਕਿ ਬਾਕੀ ਜਿਹੜੀਆਂ ਖਿੱਤੇ ਦੀਆਂ ਭਾਸ਼ਾਵਾਂ ਨੇ ਜਾਂ ਖਿੱਤੇ ਦੇ ਸੱਭਿਆਚਾਰ ਉਹ ਪ੍ਰਫੁੱਲਿਤ ਹੋਣ ਉਸ ਤਰੀਕੇ ਨਾਲ। ਤੁਸੀਂ ਮੈਨੂੰ ਹੁਣ ਦੱਸੋ, ਸਾਡੇ ਘਰ ਵਿੱਚ ਸਰਮਾਇਆ ਹੋਵੇ ਤੇ ਅਸੀਂ ਖੁਦ ਕਿਉਂ ਨਹੀਂ ਰਾਖੀ ਕਰ ਸਕਦੇ ਕਿਸੇ ਨੂੰ ਬਲੇਮ ਦੇਣ? ਅਸੀਂ ਇਹੋ ਹੀ ਸਾਰੀ ਜ਼ਿੰਦਗੀ ਦੋਸ਼ ਲਾਉਂਦੇ ਰਹਾਂਗੇ ਕਿ ਦਿੱਲੀ ਨਹੀਂ ਚੱਜਦਾ ਸੋਚਦੀ, ਦਿੱਲੀ ਨਹੀਂ। ਤੇ ਸਾਡੇ ਕੋਲ ਹੀ ਜਦ ਅਸੀਂ ਐਡੇ ਅਮੀਰ ਸੀ, ਅਸੀਂ ਗਰੀਬ ਕਿਉਂ ਹੋਏ? ਜੇ ਅਸੀਂ ਅਹਿਮਦ ਸ਼ਾਹ ਅਬਦਾਲੀ ਨੂੰ ਭਜਾ ਸਕਦੇ ਹਾਂ, ਜੇ ਬੰਦਾ ਬਹਾਦਰ ਸਿੰਘ ਵਰਗੇ ਬੰਦੇ ਪੈਦਾ ਕਰ ਸਕਦੇ ਹਾਂ, ਹਰੀ ਸਿੰਘ ਨਰੂਏ ਵਰਗੇ ਜਰਨੈਲ ਪੈਦਾ ਹੋ ਸਕਦੇ ਆ, ਮਹਾਰਾਜਾ ਰਣਜੀਤ ਸਿੰਘ ਵਰਗੇ ਮਹਾਰਾਜੇ ਪੈਦਾ ਹੋ ਸਕਦੇ ਆ, ਲੇਕਿਨ ਅਸੀਂ ਗੱਦਾਰ ਵੀ ਤਾਂ ਅਸੀਂ ਹੈ ਨਾ। ਅਸੀਂ ਉਹਦਾ ਖਾਨਦਾਨ ਖਤਮ ਕਰਤਾ ਰਣਜੀਤ ਸਿੰਘ ਦਾ, ਮਹਾਰਾਜਾ ਸਾਹਿਬ ਦਾ। ਦੂਸਰੀ ਗੱਲ, ਆਪਣਾ ਬਾਬਾ ਬੰਦਾ ਸਿੰਘ ਬਹਾਦਰ ਕਿੱਡੀ ਵੱਡੀ ਹਸਤੀ ਸੀ, ਖੁਦ ਮੁਖਬਰੀ ਕਰਕੇ ਉਹਨੂੰ ਫੜਾਇਆ ਗਿਆ, ਖੁਦ ਹੀ ਦੋਸ਼ ਲਾਏ ਗਏ ਉਹਦੇ 'ਤੇ। ਔਰ ਜਿਸ ਰਾਜ ਨੂੰ ਅਸੀਂ ਤਰਸਦੇ, ਉਹ ਰਾਜ ਤਾਂ ਸਥਾਪਿਤ ਹੋ ਗਿਆ ਸੀ ਇੱਥੇ, ਸੱਚ ਦਾ, ਹੱਕ ਦਾ, ਖਾਲਿਸ ਰਾਜ। ਉਹ ਅਸੀਂ ਹੱਥੋਂ ਹੀ ਚੀਜ਼, ਸਾਨੂੰ ਉਹ ਫਲਾਣੇ ਤੋਂ ਡਰ ਲੱਗਦਾ, ਧਮਕਾਨਾ ਸਾਡਾ ਵਿਰਸਾ ਖਤਮ ਕਰ ਰਿਹਾ, ਉਹ ਕਰ ਰਿਹਾ। ਤੁਸੀਂ ਆਪਣਾ ਵਿਰਸਾ ਆਪ ਸੰਭਾਲੋ। ਤੁਸੀਂ ਇੰਨੇ ਕਮਜ਼ੋਰ ਕਿਉਂ? ਅਵੇਸਲੇ ਹੋ ਗਏ ਪੰਜਾਬੀ। ਕਮਜ਼ੋਰ ਕਿਉਂ ਆ? ਅਵੇਸਲੇ ਵੀ ਹੈ, ਕਮਜ਼ੋਰ ਵੀ ਹੈ, ਔਰ ਗੁਲਾਮੀ ਇਹਨਾਂ ਦੇ ਸੁਭਾਅ 'ਚ। ਇਹ ਤਾਕਤ ਤੁਹਾਨੂੰ ਲੱਗਦਾ ਕਿ ਭਾਜਪਾ ਦੇ ਸਕਦੀ ਪੰਜਾਬ ਨੂੰ, ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ? ਕਿਉਂ ਨਹੀਂ ਦੇ ਸਕਦੀ? ਲੈਣਾ ਆਉਣਾ ਚਾਹੀਦਾ। ਹੈਡ ਐਸਾ ਹੋਵੇ ਆਪਣੇ ਸਟੇਟ ਲਈ ਲੜੇ। ਜੇ ਹੈਡ ਅੰਬਾਲਾ ਟੱਪਦਾ ਹੀ ਭੁੱਲ ਜਾਵੇ ਪੰਜਾਬ ਨੂੰ ਤੇ ਪੰਜਾਬੀਆਂ ਨੂੰ, ਤਾਂ ਕਹੇ ਮੇਰੀ ਅੰਪਾਇਰਸ਼ਿਪ ਵੱਡੀ ਕਰ ਦਿਓ, ਮੈਨੂੰ CM ਬਣਾ, ਐਤਕੀ ਵੀ ਬਣਾ ਦਿਓ, ਅਗਲੀ ਵਾਰੀ ਵੀ ਬਣਾ ਦਿਓ, ਤਾਂ ਉਹ ਕੀ ਕਰਨਗੇ? ਬਾਕੀ ਸਟੇਟਾਂ ਦੇ ਹੈਡ ਆਉਂਦੇ, ਮੈਂ ਦਿੱਲੀ ਬੈਠਾ ਹੁਣ ਤਾਂ ਮੈਂ ਦੇਖਦਾ, ਉਹ ਕਹਿੰਦੇ ਮੈਂ ਰਵਾਂ ਨਾ ਰਵਾਂ, ਮੇਰੀ ਸਟੇਟ ਲਈ ਆਹ ਵੀ ਦੇ ਦੇ, ਆਹ ਵੀ ਦੇ ਦੇ, ਆਹ ਵੀ ਦੇ ਦੇ। ਇਹ ਕਹਿੰਦੇ ਮੈਨੂੰ ਦੇ ਦੇ ਸਾਰਾ ਕੁਛ। ਜਿਹੜੇ ਕੋਈ ਆਉਂਦਾ ਵੀ ਆ, ਦਲਿਤਾਂ ਦੀਆਂ, ਦੂਸਰੇ ਬੱਚਿਆਂ ਦੀਆਂ ਸੀਗੀਆਂ ਜਿਹੜੇ ਵਜ਼ੀਫੇ ਸੀਗੇ, ਐਸੀ ਭਾਈਚਾਰਾ, ਉਹ ਸਾਰਾ ਹੀ ਖਾ ਗਏ, ਕਰੋੜਾਂ ਰੁਪਈਆ। ਲਾਹਨਤੀ ਬੰਦੇ ਆ, ਬਿਨਾਂ ਗੱਲ। ਤੁਸੀਂ ਮਾਰਦੇ ਰਹਿੰਦੇ ਆ। ਜਦੋਂ ਤੁਸੀਂ ਪੰਜਾਬ ਬਹਿੰਦੇ ਹੋ ਉਦੋਂ ਤਸਵੀਰ ਹੋਰ ਨਜ਼ਰ ਆਉਂਦੀ ਹੈ। ਹੁਣ ਤੁਸੀਂ ਦਿੱਲੀ ਬਹਿੰਦੇ ਹੋ, ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਉੱਥੇ ਬੜੇ ਲੋਕ ਆਉਂਦੇ ਨੇ, ਤਾਂ ਪਤਾ ਲੱਗਦਾ ਕੌਣ ਪੰਜਾਬ ਲਈ ਰੱਖਾ। ਬਹੁਤ ਮੁੱਖ ਮੰਤਰੀਆਂ ਨੂੰ ਦੇਖਦਾ ਆਪਣੇ ਸੂਬੇ ਲਈ ਲੜਦੇ ਆ,
ਸਾਡੇ ਬੰਦੇ ਆਪਣੀ ਜ਼ਾਤ ਲਈ ਲੜਦੇ ਆ, ਮਤਲਬ ਸੈਲਫ ਲਈ ਕਿ ਇੱਕ ਤਾਂ ਮੈਂ ਸੀਐਮ ਬਣਿਆ ਰਵਾਂ, ਦੂਜਾ ਮੇਰੇ ਕਾਰੂ ਵਾਂਗੂ ਗੰਜ ਜੋੜੀ ਜਾਵਾਂ, ਵੱਡੀਆਂ ਵੱਡੇ ਅੰਪਾਇਰ ਬਣ ਜਾਵਾਂ ਮੈਂ, ਤੇ ਇੱਥੇ ਗਰੀਬਾਂ ਨੂੰ ਰੋਟੀ ਨਹੀਂ ਲੱਭਣ ਡਈ, ਨਿਆਣਿਆਂ ਨੂੰ ਰੁਜ਼ਗਾਰ ਨਹੀਂ ਲੱਭਣ ਡਿਆ, ਉੱਥੇ ਕਿਸੇ ਨੂੰ ਚੱਜ ਦਾ ਇਲਾਜ ਨਹੀਂ ਮਿਲਣ ਡਿਆ, ਤੇ ਇਹ ਅਮੀਰ ਤੋਂ ਅਮੀਰ ਹੋਈ ਜਾਂਦੇ ਆ। 2 ਰੁਪਏ ਜੇਬ 'ਚ ਨਹੀਂ ਹੁੰਦੇ ਜਿੱਦਣ ਇਲੈਕਸ਼ਨ 'ਚ ਆਉਂਦੇ, ਤੇ ਫਿਰ ਅਰਬਾਂਪਤੀ ਕਿੱਥੋਂ? ਚਿੰਤਾ ਦੀ ਗੱਲ ਇਹੀ ਹੈ ਕਿ ਗਰੀਬ ਅਮੀਰ ਦਾ ਪਾੜਾ ਵੱਧਦਾ ਜਾ ਰਿਹਾ, ਫਿਰ ਬਹੁਤ ਬੁਰੀ ਹਾਲਤ ਹੈ। ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਕੈਪਟਨ ਅਮਰਿੰਦਰ ਸਿੰਘ ਦੀ ਵੀ ਅਸੀਂ ਗੱਲ ਕਰ ਲਈਏ। ਮੈਂ ਕਿਸੇ ਇੱਕ ਦੀ ਗੱਲ ਹੀ ਨਹੀਂ ਕਰ ਰਿਹਾ। ਕੈਪਟਨ ਅਮਰਿੰਦਰ ਸਿੰਘ ਦੀ ਵੀ ਦੌੜ ਲੱਗੀ ਹੋਈ ਹੈ। ਕਿਸੇ ਇੱਕ ਦੀ ਗੱਲ ਨਹੀਂ ਕਰ ਰਿਹਾ ਮੈਂ। ਕੋਈ ਐਡਾ ਕੋਈ ਬਹੁਤ ਵੱਡਾ ਪਹਿਲੀ ਗੱਲ ਤੇ ਸਿਆਸਤਦਾਨ ਨਹੀਂ, ਮੇਰੇ ਤੋਂ ਸਾਰੇ ਸੀਨੀਅਰ ਹੈ, ਮੇਰੇ ਤੋਂ ਸਾਰੇ ਸਤਿਕਾਰ। ਨਹੀਂ, ਤੁਹਾਡੇ ਨਾਲ ਗੱਲ ਕਰਨ ਦਾ ਮਕਸਦ ਇਹ ਹੁੰਦਾ, ਅੰਦਾਜ਼ ਹੈ ਬ੍ਰਦਰ ਕਿਸੇ ਨੂੰ ਕ੍ਰਿਟਿਸਾਈਜ਼ ਕਰਨ ਦਾ। ਜੀ। ਮੈਂ ਤੇ ਕਹਿੰਦਾ ਕਿ ਸਾਰੇ ਜਣੇ ਓਵਰਆਲ ਗੱਲ ਕਰੋ, ਮੈਂ ਤਾਂ ਹੀ ਕਿ ਕਿੱਥੇ ਕਮੀ ਰਹਿ ਗਈ ਆ, ਇੱਕ ਨਾਂ ਨੂੰ ਛੱਡੋ। ਤੁਹਾਡੇ ਨਾਲ ਗੱਲ ਕਰਨ ਦਾ ਮਕਸਦ ਹੀ ਤੁਸੀਂ ਆਜ਼ਾਦੀ ਤੋਂ ਬਾਅਦ ਦੱਸੋ ਮੈਨੂੰ ਕਿੰਨੇ ਸੀਐਮ ਮਿਲੇ ਆ? ਜੀ। ਇੱਕ ਵੀ ਚੱਜ ਦਾ ਬੰਦਾ ਜੇ ਸਾਨੂੰ ਮਿਲਿਆ ਹੋਵੇ ਤੇ ਇਹ ਹਾਲਤ ਨਾ ਸੂਬੇ ਦੀ ਹੋਵੇ, ਬਸ ਮੈਂ ਤੇ ਇਹ ਕਹਿਣਾ ਚਾਹੁੰਦਾ। ਕਿਉਂਕਿ ਨਿੱਜ ਪਹਿਲਾਂ ਹੋ ਗਿਆ, ਇਸੇ ਕਰਕੇ ਨੁਕਸਾਨ ਹੋ ਗਿਆ। ਯਾਰ ਹਰਿਆਣਾ ਲੰਘਣ ਨੂੰ ਦਿਲ ਨਹੀਂ ਕਰਦਾ, ਉੱਥੇ ਫਸ ਜਾਈਦਾ ਸੀ, ਇੰਨਾ ਬੁਰੀ ਹਾਲਤ ਹੁੰਦੀ ਸੀ। ਅੱਜ ਕਰਨਾਲ ਪਾਣੀਪਤ ਤੋਂ ਲੈ ਕੇ ਕਦੀ ਗੁੜਗਾਉਂ ਜਾਓ, ਲੱਗਦਾ ਤੁਸੀਂ ਟੋਰਾਂਟੋ ਤੁਰੇ ਫਿਰਦੇ ਆ। ਤੇ ਉਹਦਾ ਮਤਲਬ ਇਹ ਹੈ ਪੰਜਾਬ ਨੂੰ ਵੀ ਵੈਂਕੂਵਰ ਬਣਾਉਣ ਦੀਆਂ ਗੱਲਾਂ ਹੋਈਆਂ ਸੀ, ਕੈਨੇਡਾ ਗੱਲਾਂ ਹੀ ਕਰ ਸਕਦੇ ਅਸੀਂ। ਸਾਨੂੰ ਯਾਦ ਆਉਂਦੇ ਸਾਰੇ ਮੁੱਦੇ ਇਲੈਕਸ਼ਨ 'ਚ ਸਿਆਸਤਦਾਨਾਂ ਨੂੰ। ਅਸੀਂ ਜਨਤਾ ਭੋਲੀ ਭਾਲੀ ਆ, ਕਦੀ ਕਾਸਟਾਂ ਦੇ ਨਾਂ ਤੇ ਪਾ ਦਿੰਦੀ ਵੋਟਾਂ, ਜਾਤਾਂ ਦੇ ਨਾਂ ਤੇ, ਕਦੀ ਕੋਈ ਥੋੜੇ ਜਿਹੇ ਪੈਸੇ ਦੇ ਲਾਲਚ, ਕੋਈ ਨਸ਼ੇ ਲਈ ਜਾਂਦਾ, ਜੋ ਸੁਣਨ ਨੂੰ ਮਿਲਦਾ। ਹਾਂ ਸਰ, ਜਿਹੜਾ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਜਾਤ ਦੇ ਨਾਂ ਤੇ ਵੋਟ ਮੰਗੀ ਜਾਂਦੀ ਹੈ, ਇਸ ਵੇਲੇ ਵੀ ਉਹੀ ਕੰਮ ਹੋ ਰਿਹਾ। ਸੀਐਮ ਚਿਹਰਾ ਕਹਿੰਦੇ ਵੀ ਦਲਿਤ ਸੀਐਮ ਚਿਹਰਾ ਹੋ ਗਿਆ, ਏਦਾਂ ਹੀ ਬਾਕੀ ਧਿਰਾਂ ਵੀ ਕਹਿੰਦੇ ਸੀ ਅਸੀਂ ਦਲਿਤ ਸੀਐਮ, ਡਿਪਟੀ ਸੀਐਮ ਲਾਵਾਂਗੇ, ਸੀਐਮ ਲਾਵਾਂਗੇ। ਲੱਗਦਾ ਕਿ ਇਹ ਜਾਤ ਦੀ, ਜਿੰਨਾ ਚੱਕਰ ਅਸੀਂ ਜਾਤ ਦੀ ਰਾਜਨੀਤੀ 'ਚੋਂ ਨਹੀਂ ਨਿਕਲਦੇ ਪੰਜਾਬ ਵਾਲੇ ਖਾਸ ਕਰਕੇ, ਤਾਂ ਨੁਕਸਾਨ ਹੀ ਨੁਕਸਾਨ ਹੈ। ਇਸ ਲਿਹਾਜ਼ ਨਾਲ ਤਾਂ ਠੀਕ ਹੈ, ਜਿਹੜੇ ਸਦੀਆਂ ਤੋਂ ਰਾਜ ਕਰਦੇ ਰਹੇ ਆ, ਜੇ ਗਰੀਬਾਂ ਦੀ ਵਾਰੀ ਆ ਜਾਏ ਉਹ ਤਾਂ ਕੋਈ ਬੁਰੀ ਗੱਲ ਤਾਂ ਹੈ ਨਹੀਂ ਗੀ। ਉਹ ਕੋਈ ਠੇਕਾ ਲਿਆ ਇੱਕੋ ਹੀ ਕਿਸੇ ਕਾਸਟ ਨੇ, ਕਿਸੇ ਦੇ ਕੋਲ ਵੀ ਆਵੇ, ਗਰੀਬਾਂ ਦੇ ਬੱਚੇ ਵੀ ਬਣਨ, ਸੀਐਮ ਬਣਨ, ਪੀਐਮ ਬੇਸ਼ੱਕ ਬਣਨ। ਬਣਿਆ ਹੀ ਆ, ਭਾਂਡੇ ਮਾਂਜਦੇ ਹੁੰਦੀ ਸੀ ਮਾਤਾ ਮੋਦੀ ਸਾਹਿਬ ਜਿਹਨਾਂ ਨੂੰ ਕਹਿੰਦੇ ਆ। ਉਹ ਮੁੰਡਾ ਉੱਠਿਆ ਬੱਚਾ, ਉਹਨੇ ਸੰਘਰਸ਼ ਕੀਤਾ, ਪੀਐਮ ਬਣਿਆ, ਏਦਾਂ ਸੀਐਮ ਵੀ ਬਣੇ, ਕੋਈ ਗੱਲ ਨਹੀਂ, ਕੋਈ ਹਰਜ ਨਹੀਂ। ਪਰ ਉਹਦੇ ਵਿੱਚ ਕਾਸਟਿਜ਼ਮ ਨਾ ਆਵੇ, ਉਹ 'ਚ ਗਰੀਬ ਆਵੇ। ਜੇ ਜੱਟ ਗਰੀਬ ਆ ਤਾਂ ਗਰੀਬ ਆ, ਹਿੰਦੂ ਗਰੀਬ ਆ ਗਰੀਬ ਆ, ਜੇ ਕੋਈ ਹੋਰ ਐਸੀ ਗਰੀਬ ਆ ਤਾਂ ਗਰੀਬ ਆ। ਜਿਹੜਾ ਅਰਬਾਂਪਤੀ ਐਸੀ ਆ ਉਹ ਇਹਦਾ ਕੀ ਕਿਉਂ ਮਤਲਬ ਇਹਦਾ ਫਾਇਦਾ ਲਵੇ ਨਜਾਇਜ਼? ਇਹ ਗਰੀਬ ਅਮੀਰ ਦਾ ਪਾੜਾ ਜਿਹੜਾ ਉਹ ਵੀ ਵੱਡੀ ਚਿੰਤਾ ਦੀ ਗੱਲ ਹੈ। ਇੱਥੇ ਚਿੰਤਾ ਦੀ ਕਾਸਟਿਜ਼ਮ ਹੈ। ਉੱਦਾਂ ਕਹਿੰਦੇ ਅਸੀਂ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਜੋ ਗੁਰੂਆਂ ਨੇ ਕਿਹਾ ਉਹ ਥੋੜੀ ਅਸੀਂ ਸੁਣਦੇ। ਮਾਨਸ ਕੀ ਜ਼ਾਤ ਸਭ ਹੈ ਇੱਕ ਹੈ ਪਹਿਚਾਨ ਵੋ, ਜਾਂ ਹੁਣ ਅਸੀਂ ਇਹ ਥੋੜੀ ਸੁਣਦੇ ਹਾਂ ਕਿ ਮੈਨੂੰ ਕੋਈ ਪੁੱਛਦਾ ਸੀ ਦਿੱਲੀ ਕਿ ਕਰਪਸ਼ਨ ਜਿਹੜੀ ਹੈ ਕਿੱਦਾਂ ਖਤਮ ਹੋ ਸਕਦੀ, ਮੈਂ ਕਿਹਾ ਇੱਕ ਹੁਕਮ ਹੀ ਮੰਨ ਲੈਣ, ਜ਼ਿਆਦਾ ਨਹੀਂ। ਕਹਿੰਦੇ ਕਿ ਮੈਂ ਕਿਹਾ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਆਸਾਂ ਪਰਬਤ ਜਿਹੜੀਆਂ ਮੌਤ ਤਣਾਵਾਂ ਹੇਠ। ਦੂਜਾ ਜਿਹੜਾ ਸਭ ਤੋਂ ਵੱਡਾ ਸਰਮਾਇਆ ਪੰਜਾਬੀਆਂ ਦਾ ਸੀ ਮੁਹੱਬਤ, ਤੇ ਸਾਡੇ 10 ਗੱਦੀਆਂ ਦਾ ਨਿਚੋੜ ਕੱਢ ਕੇ ਮਾਲਕ ਕਹਿ ਗਿਆ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਉਹਨੇ ਕਦੀ ਕਿਹਾ ਜਿਹਨੇ ਗਾਲਾਂ ਕੱਢੀਆਂ ਉਹ ਰੱਬ ਨੂੰ ਪਾਵੇ। ਬੜੀ ਅਹਿਮ ਗੱਲ ਛੇੜੀ ਤੁਸੀਂ, ਕਿੱਡੀ ਵੱਡੀ ਗੱਲ ਕਰਕੇ। ਦੇਖੋ ਇਸ ਵੇਲੇ ਮੈਨੂੰ ਲੱਗਦਾ ਕਿ ਹਰੇਕ ਸਿਆਸਤਦਾਨ ਆਪਣੇ ਸ਼ਬਦਾਂ ਦੀ ਮਰਿਆਦਾ ਭੁੱਲਿਆ ਹੋਇਆ ਜੀ। ਬੜੇ ਵੱਡੇ ਇੱਕ ਦੂਜੇ ਬਾਰੇ ਸ਼ਬਦ ਬੋਲੇ ਜਾ ਰਹੇ ਕਿ ਪਤਾ ਨਹੀਂ ਸਾਰੇ ਪੁਰਜੇ ਹਿੱਲੇ ਪਏ। ਓਕੇ, ਇੱਕ ਦੂਜੇ ਨੂੰ ਇੰਨਾ ਗਾਲੀ ਗਲੋਚ, कहते हर बात पे कहते हो कि तू क्या है, यही बताओ कि ये अंदाज़े गुफ्तगू क्या है। बंदा वो है जो अगले नूं वड्डा समझे, बंदा वो है कि मेरे तो वड्डा कोई नहीं। वो तो जिहड़ा खुद पसंद आदमी है ना, सैल्फ सेंटर्ड बंदा, वो सब तो बदकिस्मत आदमी हुंदा। ईमानदारी नाल शीशा देखो, किन्ने क पानी च तुसीं हैगे आ, अपनी मार्किंग कदी खुद भी तो करो। हुण मैनूं कोई कह देण कि तूं भी बहुत ही ਦੁੱਲਾ ਭੱਟੀ ਆ ਤੇ ਮੈਂ ਉਹ ਬਣ ਜਾ ਤੇ ਡਰੀ ਜਾਵਾਂ ਮੈਂ ਸਾਰਿਆਂ ਤੋਂ ਹੀ, ਫਾਇਦਾ ਕੀ ਹੈ? ਕਿਸੇ ਨੂੰ ਕਹਿ ਦੋ ਤੂੰ ਹੁਸਨ ਦੀ ਮਲਕਾ ਤੂੰ ਆਪਣੇ ਆਪ ਨੂੰ ਸਮਝਣ ਲੱਗ ਪਿਆ ਮੈਂ ਮਧੂਬਾਲਾ, ਤੂੰ ਬਹੁਤ ਹੀ ਬਦਕਿਸਮਤੀ ਹੈ। ਇਸ ਤਰ੍ਹਾਂ ਲੋਕ ਪਤਾ ਨਹੀਂ ਸੈਲਫ ਤੋਂ ਨਹੀਂ ਉੱਪਰ ਉੱਠ ਰਹੇ, ਉਸੇ ਕਰਕੇ ਨੁਕਸਾਨ। ਸੈਲਫ ਤੋਂ ਕਹਿਣਗੇ ਪੰਜਾਬ ਦਾ ਫਿਕਰ ਆ ਤੇ ਇਕੱਠੇ ਆਪਣੀ ਜ਼ਾਤ ਆਪਣੇ ਸੈਲਫ ਚ ਹੋਏ ਆ, ਆਪਣੇ ਆਪ ਨੂੰ ਕਹੀ ਜਾਂਦੇ। ਜੇ ਪੰਜਾਬ ਦਾ ਫਿਕਰ ਆ ਤੇ ਕਦੀ
ਠਰ ਕਰਦੇ ਉਹਨਾਂ ਲੋਕਾਂ ਨੂੰ ਦੇਖੋ, ਭੁੱਖੇ ਬੰਦਿਆਂ ਨੂੰ ਦੇਖੋ। ਹਾਂ ਸਾਹਿਬ, ਕਦੇ ਸਮਾਂ ਇਦਾਂ ਦਾ ਸੀਗਾ ਜਦੋਂ ਭਾਜਪਾ ਨੇ ਇੱਕ 3 ਖੇਤੀ ਕਾਨੂੰਨ ਲਿਆਂਦੇ, ਉਸ ਕਰਕੇ ਕਾਫੀ ਲੰਮਾ ਸਮਾਂ ਸੰਘਰਸ਼ ਚੱਲਦਾ ਰਿਹਾ ਦਿੱਲੀ ਦੀਆਂ ਬਰੂਹਾਂ ਤੇ। ਜੀ, ਕਾਨੂੰਨ ਵਾਪਸ ਹੋਏ, ਭਾਜਪਾ ਨੂੰ ਮੌਕਾ ਮਿਲ ਗਿਆ ਪੰਜਾਬ ਦੇ ਵਿੱਚ ਗੱਲਬਾਤ ਕਰਨ ਦਾ, ਲੋਕਾਂ ਦੇ ਵਿੱਚ ਵਿਚਰਨ ਦਾ। ਲੱਗਦਾ ਕਿ ਉਹ ਪੂਰਾ ਸਮਾਂ ਸੀਗਾ, ਤੁਸੀਂ ਵੀ ਉਸ ਸਮੇਂ ਨੂੰ ਦੇਖਿਆ ਹੈਗਾ, ਨਜ਼ਦੀਕ ਤੋਂ ਦੇਖਿਆ ਹੈਗਾ, ਉਹ ਸਮਾਂ ਕਿਤੇ ਨਾ ਕਿਤੇ ਭਾਜਪਾ ਲਈ ਨੁਕਸਾਨ ਦਾ ਕਾਰਨ ਬਣ ਸਕਦਾ ਪੰਜਾਬ ਦੇ ਵਿੱਚ? ਨਹੀਂ, ਜੇ ਕੈਂਸਲ ਨਾ ਹੁੰਦੇ ਬਣ ਸਕਦਾ ਸੀ। ਕੈਂਸਲ ਜਦੋਂ ਹੋਏ ਭੰਗੜਾ ਪਾਉਂਦੇ ਸਾਰੇ ਆਏ, ਕਿਉਂਕਿ ਲੋਕਾਂ ਨੂੰ ਸਮਝ ਆ ਗਈ ਨਾ। ਉਹਦੇ ਨਾਲ 750 ਕਿਸਾਨਾਂ ਦੀ ਜਾਨ ਗਈ ਹੈਗੀ। ਸਭ ਤੋਂ ਵੱਡੀ ਜਿਹੜੀ ਗੱਲ ਸਮਝਣ ਵਾਲੀ ਗੱਲ ਆ ਕਿ ਕਾਨੂੰਨ ਜਿਹੜੇ ਤਿੰਨੇ ਹੀ ਬਣੇ, ਕਿਸੇ ਕੋਈ ਪੋਲੀਟੀਸ਼ੀਅਨ ਚਾਹੁੰਦਾ ਕਿ ਮੈਂ ਡੀਫੇਮ ਹੋਵਾਂ, ਮੇਰੀ ਬਦਨਾਮੀ ਹੋਵੇ, ਕੋਈ ਚਾਹੁੰਦਾ, ਲੋਕ ਹਰ ਪੋਲੀਟੀਸ਼ੀਅਨ ਚਾਹੁੰਦਾ ਮੈਂ ਹੀਰੋ ਬਣਾ, ਮੇਰੀ ਪੂਜਾ ਈਵਨ ਹੋਵੇ। ਉਹ ਬਣ ਗਏ। ਜਦੋਂ ਸਮਝ ਆਈ ਕਿ ਠੀਕ ਨਹੀਂ ਗੇ, ਉਹ ਫਿਰ ਥੋੜਾ ਦੇਰ ਹੋ ਗਈ, ਮੀਟਿੰਗਾਂ ਚੋਂ ਕੱਖ ਨਹੀਂ ਲੱਭਿਆ। ਅਖੀਰ ਪ੍ਰਧਾਨ ਮੰਤਰੀ ਨੂੰ ਉੱਠਣਾ ਪਿਆ। ਉਹਨੇ ਕਿਹਾ ਕਿ ਮੈਂ ਸਮਝਣ ਤੇ ਸਮਝਾਉਣ 'ਚ ਕਮੀ ਰਹਿ ਗਈ ਆ, ਚਲੋ ਜੋ ਵੀ ਹੈ, ਫਿਰ ਵੀ ਮੈਂ ਮਾਫੀ ਮੰਗਦਾ, ਸਪੈਸ਼ਲੀ ਕਿਸਾਨਾਂ ਤੋਂ। ਜਦੋਂ ਮਾਫੀ ਬੰਦਾ ਮੰਗ ਲੈ ਪ੍ਰਧਾਨ ਮੰਤਰੀ ਹੋ ਕੇ ਵੀ, ਫਿਰ ਪੰਜਾਬੀਆਂ ਦਾ ਇਹ ਸੁਭਾਅ ਹੋਣਾ ਚਾਹੀਦਾ, ਜੋ ਸਾਡਾ ਵਿਰਸਾ ਆ। ਜੇ ਬਜ਼ੁਰਗਾਂ ਦੀ ਗੱਲ ਕਰਨੀ ਆ, ਜੀ, ਫਿਰ ਘਰ ਆਏ ਮਹਿਮਾਨ ਨੂੰ ਸੀਨੇ ਨਾਲ ਲਾਈਦਾ। ਇਹ ਤਾਂ ਰੋਕਣ ਡਿਆ ਛੋਟੀਆਂ ਗੱਲਾਂ ਦਾ ਕਰਕੇ। ਲੱਗਦਾ ਕਿ ਚਲੋ ਭਾਜਪਾ ਦੇ ਆਗੂ ਤਾਂ ਆ ਰਹੇ ਨੇ ਲੋਕਾਂ ਦੇ ਵਿੱਚ, ਪਰ ਉਹ ਜਿਹੜੀ 750 ਕਿਸਾਨਾਂ ਦੀ ਜ਼ਿੰਦਗੀ ਗਈ ਇਸ ਅੰਦੋਲਨ ਦੇ ਦੌਰਾਨ, ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਦੇ ਬਾਰੇ ਇੱਕ ਸ਼ਬਦ ਨਹੀਂ ਬੋਲਿਆ। ਨਹੀਂ, ਉਹ ਬਹੁਤ ਫਿਕਰਮੰਦ ਹੈ, ਬੜੇ ਉਦਾਸ ਹੈ। ਜਿਨ੍ਹਾਂ ਦੀਆਂ ਜਾਨਾਂ ਚਲੇ ਗਈਆਂ, ਜਿਹੜੇ ਭੈਣਾਂ ਦੇ ਵੀਰੇ, ਜਿਨ੍ਹਾਂ ਪਤੀਆਂ ਦੇ ਪਤੀ, ਜਿਨ੍ਹਾਂ ਮਾਵਾਂ ਦੇ ਪੁੱਤ ਚਲੇ ਗਏ। ਕਹਿੰਦੇ ਹੁੰਦੇ ਨਾ, ਕੌਮਾਂ ਦੇ ਸਰਦਾਰ ਗਵਾਚੇ ਨਹੀਂ ਲੱਭਣੇ, ਨਹੀਂ ਲੱਭਣੇ ਦਿਲਦਾਰ ਗਵਾਚੇ ਨਹੀਂ ਲੱਭਣੇ। ਜਿਨ੍ਹਾਂ ਦੇ ਜੀ ਚਲੇ ਗਏ, ਉਹਨਾਂ ਦਾ ਕਾਲਜਾ ਕਦੀ ਵੀ ਉਹਨਾਂ ਦਾ ਪੁੱਛ ਕੇ ਤਾਂ ਦੇਖੋ ਉਹਨਾਂ ਦੇ ਅੰਦਰ ਕੀ ਚੱਲ ਰਿਹਾ। ਤੇ ਲੇਕਿਨ ਉਹ ਤਾਂ ਬਹੁਤ ਮਾੜੀ ਗੱਲ ਹੋਈ ਆ, ਬਹੁਤ ਤਕਲੀਫਦੇਹ ਆ। ਹੁਣ ਪ੍ਰੋਬਲਮ ਇਹ ਆ ਕਿ ਜਦੋਂ ਗਲਤੀ ਦਾ ਅਗਲਾ ਅਹਿਸਾਸ ਕਰ ਲੈ, ਹੋ ਜਾਏ, ਫਿਰ ਮਾਫ਼ ਕਰਨਾ ਚਾਹੀਦਾ, ਮੁਹੱਬਤ ਨਾਲ, ਪਿਆਰ ਨਾਲ ਰਹਿਣਾ ਚਾਹੀਦਾ, ਆਪਸੀ ਭਾਈਚਾਰਾ ਰੱਖਣਾ ਚਾਹੀਦਾ, ਵਾਇਲੈਂਟ ਨਹੀਂ ਹੋਣਾ ਚਾਹੀਦਾ। ਤੇ ਮੇਰਾ ਖਿਆਲ ਆ ਹੁਣ ਠੀਕ ਹੈ, ਨੋਰਮਲ ਹੈ। ਹਾਂ ਸਭ, ਤੁਹਾਡੇ ਨਾਲ ਜਦੋਂ ਗੱਲ ਹੁਣ ਤਾਂ ਬਹੁਤ ਸਾਰੇ ਕਿਸਾਨਾਂ ਦੇ ਆਗੂ ਵੀ ਸ਼ਾਮਿਲ ਹੋਏ ਨੇ, ਸ਼ਾਮਿਲ ਹੋ ਰਹੇ। ਉਹਨਾਂ ਨੂੰ ਸਮਝ ਆ ਗਈ ਨਾ ਗੱਲ। ਉਹਨਾਂ ਨੂੰ ਇਹ ਤਾਂ ਗੱਲ ਸਮਝ ਆ ਗਈ ਕਿ ਉਹਨਾਂ ਤੋਂ ਤਾਂ ਨਹੀਂ ਮਾੜੇ ਜਿਨ੍ਹਾਂ ਨੇ ਟੈਂਕ ਚੜਾਤੇ, ਫੌਜਾਂ ਚੜਾਤੀਆਂ ਸਾਡੇ ਦਰਬਾਰ ਸਾਹਿਬ ਤੇ। ਉਹਨਾਂ ਤੋਂ ਤਾਂ ਨਹੀਂ ਮਾੜੇ ਜਿਨ੍ਹਾਂ ਨੇ ਦੰਗੇ ਕਰਾਤੇ 84 ਦੇ। ਉਹਨਾਂ ਨੂੰ ਇੰਨੀ ਤਾਂ ਸਮਝ ਆ ਨਾ ਪੰਜਾਬੀਆਂ ਨੂੰ, ਇਸ ਕਰਕੇ ਸ਼ਾਮਿਲ ਹੋ ਰਿਹਾ। ਉਹ ਕਹਿੰਦੇ ਇੱਕ ਮੌਕਾ ਦੇ ਦਿਓ ਭਾਜਪਾ ਨੂੰ, ਨਹੀਂ ਹੋਏਗਾ ਤਾਂ 5 ਸਾਲ ਇੱਦਾਂ ਜਾਣੇ, ਨਾ ਮੁੜ ਕੇ ਮੂੰਹ ਲਾਉਣ। ਤਰਾਸਦੀ ਹੈ ਬਿਲਕੁਲ। ਜਿਹੜੀ ਤੁਸੀਂ ਗੱਲ ਛੇੜੀ, ਅਸੀਂ ਜਦੋਂ ਸਿਆਸੀ ਧਿਰਾਂ ਦੀ ਨਾ ਗੱਲ ਕਰੀਏ ਤਾਂ ਇੱਕ ਬੜੀ ਚਿੰਤਾ ਦੀ ਗੱਲ ਹੈ ਕਿ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ, ਜਿਨ੍ਹਾਂ ਨੇ ਦੰਗੇ ਕਰਵਾਏ, ਉਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਵੀ ਬਣ ਜਾਂਦੀ ਹੈ ਆਪਣੇ ਆਪ ਦੇ ਵਿੱਚ। ਚੰਗੀ ਭਲੀ ਸਰਕਾਰ ਬਣ ਗਈ। ਦੰਗਿਆਂ ਤੋਂ, ਦਿੱਲੀ ਦੇ ਦੰਗਿਆਂ ਤੋਂ ਬਾਅਦ ਇੰਨੀ ਵੱਡੀ ਮੈਜੋਰਟੀ ਨਾਲ ਜਿੱਤਿਆ ਸੀ ਬੰਦਾ ਰੱਬ ਦਾ। ਮੈਂ ਹੈਰਾਨ ਆ। 400 ਤੋਂ ਵੱਧ ਸੀਟਾਂ ਉੱਥੇ ਵੀ ਲੱਗ ਗਈਆਂ ਸੀ। ਫਿਰ ਕਾਹਦੇ ਲਈ ਸਿਆਸਤਦਾਨਾਂ ਨੂੰ? ਸਾਨੂੰ ਐਕਚੁਅਲੀ ਤਾਂ ਮੁਲਕ ਆਜ਼ਾਦ ਹੋਣ ਤੋਂ ਬਾਅਦ ਪਹਿਲਾਂ ਡੈਮੋਕ੍ਰੇਸੀ ਪੜ੍ਹਾਉਣੀ ਚਾਹੀਦੀ ਸੀ ਸਾਨੂੰ। ਡੈਮੋਕ੍ਰੇਟਿਕ ਮੁਲਕ ਹੋਵੇ, ਇਹ ਦਾਅਵਾ ਕਰੀਏ ਕਿ ਦੁਨੀਆ 'ਚ ਸਭ ਤੋਂ ਵੱਡਾ ਡੈਮੋਕ੍ਰੇਟਿਕ ਮੁਲਕ ਆ। ਡੈਮੋਕ੍ਰੇਸੀ ਕਿੱਥੇ ਆ? ਇੱਥੇ ਜ਼ਾਤਾਂ ਦੇ ਨਾਂ 'ਤੇ ਵੋਟਾਂ ਪਾਈ ਜਾਂਦੇ, ਕੋਈ ਪੈਸੇ ਲੈ ਕੇ ਪਾਈ ਜਾਂਦਾ, ਕੋਈ ਉਹਦਾ ਕਰੀ ਜਾ ਰਿਹਾ। ਬੁਰੀ ਹਾਲਤ ਆ, ਐਵੇਂ ਚੁਣ ਲੈਂਦੇ ਬੰਦੇ ਨੂੰ। ਤੁਹਾਡੀ ਜਦੋਂ ਗੱਲ ਕਰੀਏ, ਤੁਸੀਂ ਹਰੇਕ ਅਕੀਦੇ ਦੇ ਲੋਕਾਂ ਦੇ ਵਿੱਚ ਵਿਚਰੇ ਹੋ। ਧਰਮ ਦੀ ਜਦੋਂ ਗੱਲ ਆਉਂਦੀ ਹੈ, ਉਦੋਂ ਥੋੜ੍ਹਾ ਜਿਹਾ ਪੰਜਾਬ ਸੈਂਟੀਮੈਂਟਲ ਹੋ ਜਾਂਦਾ, ਥੋੜ੍ਹਾ ਜਜ਼ਬਾਤੀ ਹੋ ਜਾਂਦਾ। ਪਿਛਲੇ ਦਿਨਾਂ ਦੇ ਵਿੱਚ ਜੋ ਤੁਸੀਂ ਵੀ ਦੇਖਿਆ ਹੋਣਾ, 2015 ਤੋਂ ਇੱਕ ਇੱਦਾਂ ਦੀ ਅਲਾਮਤ ਸ਼ੁਰੂ ਹੋਈ ਜਿਹੜੀ ਦਿਨ ਬ ਦਿਨ ਵੱਧਦੀ ਗਈ। ਬਹੁਤ ਸਾਰੀਆਂ ਬੇਅਦਬੀ ਦੀਆਂ ਘਟਨਾਵਾਂ ਇੱਕ ਤੋਂ ਬਾਅਦ ਇੱਕ ਹੋਈਆਂ। ਦਰਬਾਰ ਸਾਹਿਬ ਦੇ ਵਿੱਚ ਇਹ ਘਟਨਾ ਪਹੁੰਚ ਗਈ। ਹੰਸ ਕਿਵੇਂ ਦੇਖਦਾ ਇਸ ਚੀਜ਼ ਨੂੰ? ਦੇਖੋ, ਆਪਣੇ ਲਈ ਸ਼ਬਦ ਗੁਰੂ ਹੀ ਸਾਰਾ ਕੁਛ ਹੈ। ਆਪਣਾ ਸਭ ਤੋਂ ਵੱਡਾ ਅਕੀਦਾ ਇਹੀ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਪਾਂ ਵੈਰਾਗ ਵੇਲੇ, ਦੁੱਖ ਵੇਲੇ ਤੇ ਸੁੱਖ ਵੇਲੇ ਗੁਰੂ ਦੀ ਓਟ 'ਚ ਜਾਂਦੇ ਆ। ਉਹ ਜਿਹੜੇ ਬੇਅਦਬੀ ਕਰਾਉਂਦੇ ਆ, ਕਹਿੰਦੇ ਚੋਰ ਨੂੰ ਚੋਰ ਦੀ ਮਾਂ ਨੂੰ ਮਾਰੋ। ਜਦ ਬੰਦਾ ਹੀ ਉੱਥੇ ਉਸੇ ਟਾਈਮ ਝਟਕਾ ਦਿੰਦੇ ਆ ਫਟਾਫਟ। ਉਹ ਬੰਦੇ ਨੂੰ ਜ਼ਿੰਦਾ ਰੱਖੋ, ਬੰਦੇ ਨੂੰ ਪੁਲਿਸ ਨੂੰ ਨਾ ਦਿਓ ਜੇ ਨਹੀਂ ਇਨਸਾਫ ਮਿਲਦਾ। ਉਹਨੂੰ ਆਪ ਖੁਦ ਪੁੱਛਦੇ। ਪ੍ਰੋਬਲਮ ਤਾਂ ਇਹ ਆ ਕਿ ਇੱਥੋਂ ਲੱਗਦਾ ਕਿ ਇਹ ਕੌਣ ਕਰਾ ਰਿਹਾ? ਇਸ ਤੋਂ ਮਾੜੀ ਗੱਲ ਤਾਂ ਕੋਈ ਹੋ ਨਹੀਂ ਸਕਦੀ। ਇਸ ਤੋਂ ਵੱਡਾ ਕੀ ਤਕਲੀਫ
ਦੀ ਗੱਲ ਹੋ ਸਕਦੀ ਆ, ਪਰ ਇਹਦੇ ਪਿੱਛੇ ਹੈਰਾਨ ਆ ਮੈਂ ਕਿ ਇੱਕ ਸਕਿੰਟ ਨਹੀਂ ਲਾਉਂਦੇ, ਬੰਦਾ ਮਾਰ ਕੇ ਉਮਰ ਤਾਂ ਕਿ ਦੱਸ ਨਾ ਦੇਵੇ ਮੈਨੂੰ ਇਹਨੇ ਭੇਜਿਆ। ਆਪ ਦੇਖੋ ਨਾ, ਬੇੜਾ ਗਰਕ ਹੋ ਜਾਏ ਇਹਨਾਂ ਲੋਕਾਂ ਦਾ ਕਿ ਤੁਸੀਂ ਵੀ ਤਾਂ ਮਾਰੀ ਜਾਣਾ। ਕਿਸੇ ਗਰੀਬ ਨੂੰ 4 ਪੈਸੇ ਦੇ ਕੇ ਕਿਸੇ ਨੂੰ ਪਤਾ ਨਹੀਂ ਕੀ ਕਰਦੇ ਹੋ। ਹਰੇਕ ਵਾਰੀ ਗੁਰੂ ਤੋਂ ਵੀ ਨਹੀਂ ਯਾਰ, ਉਹ ਇੰਨੀ ਸਖਤ ਜਗ੍ਹਾ, ਉੱਥੋਂ ਵੀ ਨਹੀਂ ਡਰਦੇ। ਉਹ ਪਤਾ ਨਹੀਂ ਖਾਨਦਾਨ ਖਤਮ ਹੋ ਜਾਂਦੇ ਉੱਥੋਂ। ਉੱਥੇ ਕੋਈ ਗੁਸਤਾਖੀ ਕਰੇ ਤਾਂ ਸਹੀ, ਕਹਿੰਦੇ ਅੰਮ੍ਰਿਤਸਰ ਨੂੰ ਜਾਂਦੇ ਰਾਹੀ ਐਵੇਂ ਕਹਿੰਦੇ ਆ ਤੇ ਜੀ ਉੱਥੇ ਕੋਈ ਆਮ ਜਗ੍ਹਾ ਆ, ਉੱਥੇ ਸ਼ਬਦ 24 ਘੰਟੇ ਨੂਰ ਬਰਸਦਾ। ਲੱਗਦਾ ਕਿ ਸਿਆਸਤ ਇਸ ਨਿਗਾਰ ਤੇ ਆ ਗਈ ਕਿ ਉਹਨਾਂ ਲਈ ਆਮ ਗੱਲ ਹੋ ਗਈ। ਮੈਂ ਕਿਹਾ ਲਾਨਤ ਹੈ ਐਸੇ ਦੌਰ 'ਚ ਜਿੱਥੇ ਗੁਰੂ ਨੂੰ ਵੀ ਨਹੀਂ ਬਖਸ਼ਿਆ ਜਾਂਦਾ, ਲਾਨਤ ਹੈ। ਔਰ ਇਸ ਚੀਜ਼ ਨੂੰ ਫਿਰ ਐਕਸਪਲੋਇਟ ਕਰਨਾ ਉਸ ਤੋਂ ਵੀ ਵੱਡੇ ਲਾਹਨਤੀਆਂ ਦਾ ਕੰਮ ਹੈ ਕਿ ਫਲਾਣੇ ਨੇ ਬੇਅਦਬੀ ਕਿ ਹੁਣ ਸਾਨੂੰ ਵੋਟਾਂ ਪਾਓ। ਉਹ ਬੇਅਦਬੀ ਦਾ ਮੁੱਦਾ ਤੁਹਾਨੂੰ ਇਲੈਕਸ਼ਨਾਂ 'ਚ ਨਹੀਂ ਡਿਸਕਸ ਹੋਣਾ ਚਾਹੀਦਾ। ਇਲੈਕਸ਼ਨਾਂ ਤੋਂ ਬਾਅਦ ਬੈਠੋ ਜਾਂ ਗੁਰੂ ਅੱਗੇ ਜੋਦੜੀ ਕਰੋ, ਇਹ ਮੇਰਾ ਮਾਲਕਾ, ਇਹ ਮੇਰਾ ਦਾਤਿਆ। ਉਹਨਾਂ ਅਸਲੀ ਪਾਪੀਆਂ ਨੂੰ ਕਿਸੇ ਤਰ੍ਹਾਂ ਆਪ ਹੀ ਬਣਾ ਕੋੜ ਚੱਲੇ, ਪਤਾ ਚੱਲੇ ਇਹਨਾਂ ਨੇ ਕੀਤੀ। ਸਰ, ਇੱਕ ਬੜੀ ਅਹਿਮ ਚੀਜ਼, ਜਦੋਂ ਪੰਜਾਬ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਤਾਂ ਇੱਕ ਨਾਮ ਵਰਤਿਆ ਜਾਂਦਾ ਕਿ ਏਜੰਸੀਆਂ ਨੇ ਕਰਵਾਇਆ। ਇਹ ਭਾਈ ਸਾਹਿਬ ਅੱਜ ਦਾ ਕਿਤੇ ਸ਼ੁਰੂ ਆ। ਪਹਿਲਾਂ ਮੰਦਰਾਂ ਦੇ ਵਿੱਚ ਗਊ ਦਾ ਮਾਸ ਸਿੱਟ ਦਿੰਦੇ ਹੁੰਦੇ ਸੀ, ਗੁਰੂ ਘਰਾਂ 'ਚ ਬੀੜੀਆਂ ਸਿਗਰਟਾਂ ਸਿੱਟ ਦਿੰਦੇ ਸੀ। ਇਹ ਬੜਾ ਬੁਰੀ ਹਾਲਤ ਹੈ। ਆਹ ਦੰਗੇ ਦੂਸਰੇ ਜਦੋਂ ਆਪਣਾ ਮੁਲਕ ਤਕਸੀਮ ਹੋਇਆ ਉਦੋਂ ਵੀ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ। ਉਹ ਤਮਸ ਦੇਖਣਾ, ਡਰਾਮਾ, ਉਹ ਹਿਸਟਰੀ ਪੜ੍ਹਨਾ। ਬਿਲਕੁਲ, ਇਹ ਬੰਦਾ ਧਰਮ ਦੇ ਨਾਂ ਤੇ ਪਤਾ ਨਾ ਇਹਨਾਂ ਨੂੰ ਇੱਕਦਮ ਜਜ਼ਬਾਤੀ ਉੱਠਣਾ, ਜਜ਼ਬਾਤੀ ਹੋ ਜਾਣਾ। ਤੇ ਪਤਾ ਨਹੀਂ ਕਿਹੜੀਆਂ ਤਾਕਤਾਂ ਏਜੰਸੀਆਂ ਵੀ ਤਾਂ ਸਾਡੇ ਇਨਸਾਨ ਹੀ ਆ। ਉਹਨਾਂ ਨੂੰ ਏਜੰਸੀਆਂ ਵੀ ਜਿਹੜਾ ਵੀ ਕਰਾਉਂਦਾ, ਜੋ ਵੀ ਕਰਾਉਂਦਾ, ਉਹਨੇ ਬਖਸ਼ਿਆ ਨਹੀਂ ਜਾਣਾ, ਮੇਰਾ ਖਿਆਲ ਹੈ। ਜਦੋਂ ਭਾਜਪਾ ਦਾ ਜ਼ਿਕਰ ਕਰਦੇ ਹਾਂ, ਤੁਸੀਂ ਇਸ ਪਾਰਟੀ ਦੇ ਨਾਲ ਜੁੜੇ, ਇਸ ਤੋਂ ਪਹਿਲਾਂ ਹੋਰ ਪਾਰਟੀ ਦੇ ਨਾਲ ਵੀ ਰਹੇ। ਭਾਜਪਾ ਦੇ ਨਾਲ ਜੁੜਨ ਦੇ ਬਾਅਦ ਤੁਹਾਨੂੰ ਲੱਗਿਆ ਕਿ ਹਾਂ ਇਹੀ ਉਹ ਪਾਰਟੀ ਹੈ ਜਿਹਦੇ ਨਾਲ ਰਹਿ ਕੇ ਕੰਮ ਕੀਤਾ ਜਾ ਸਕਦਾ ਅੱਗੇ? ਭਾਜਪਾ ਦੀ ਇੱਕ ਗੱਲ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਮੁਲਕ ਸੁਰੱਖਿਅਤ ਬਹੁਤ ਹੈ। ਸੁਰੱਖਿਆ ਵਾੜ ਜਿੰਨੀ ਮੌਜੂਦਾ ਪ੍ਰਧਾਨ ਮੰਤਰੀ ਨੇ ਕੀਤੀ ਹੈ ਨਾ, ਪਹਿਲਾਂ ਆਪਾਂ ਨੂੰ ਕਿੰਨਾ ਤੰਗ ਕਰਦੇ ਹੁੰਦੇ ਸੀ ਔਰ ਇਰਦ ਗਿਰਦ ਸਾਡੇ ਕੰਟਰੀ ਜਿਹੜੀਆਂ ਹੈਗੀਆਂ, ਅਤੇ ਉਹ ਫਿਰ ਹੁਣ ਤੁਸੀਂ ਦੇਖ ਲਓ ਕਿ ਉਹ ਬੰਦੇ ਦੇ ਹੁੰਦਿਆਂ ਕੋਈ ਮੈਲੀ ਅੱਖ ਨਾਲ ਨਹੀਂ ਦੇਖ ਸਕਦਾ ਹਿੰਦੁਸਤਾਨ ਨੂੰ। ਦੂਜਾ 18-19 ਘੰਟੇ ਕੰਮ ਕਰਨ ਵਾਲੇ ਇਹੋ ਬੰਦੇ ਆ, ਮੁਲਕ ਲਈ ਜਾਗਦੇ ਉਹ। ਤੀਸਰਾ ਕਰਪਟ ਨਹੀਂ ਗਏ ਉਹ, ਓਨੈਸਟ ਬਹੁਤ ਹੈ। ਕੋਈ ਕਮੀਆਂ, ਉਹ ਕਿਹੜੇ ਰੱਬ ਆ, ਕੋਈ ਨਾ ਕੋਈ ਕਮੀ ਜੇ ਹੁੰਦੀ ਆ ਤੇ ਰਲ ਮਿਲ ਕੇ ਕੋਈ ਪਲੱਸ ਮਾਈਨਸ ਕਰਕੇ ਇਹ ਸੋਚ ਲੈਣਾ ਚਾਹੀਦਾ। ਉਹਨਾਂ ਤੋਂ ਤਾਂ ਨਹੀਂ ਮਾੜੇ ਜਿਨ੍ਹਾਂ ਨੇ ਸਿਰਫ ਆਪਣੇ ਹੀ ਘਰ ਭਰੇ ਆ, ਲੁੱਟ ਕੇ ਖਾ ਗਏ ਇਸ ਮੁਲਕ ਨੂੰ ਜੀ, ਤੇ ਉਹਨਾਂ ਨਾਲੋਂ ਤਾਂ ਨਹੀਂ ਮਾੜੇ। ਤੁਹਾਡੀ ਰੀਸੈਂਟ ਮੁਲਾਕਾਤ ਕਦੋਂ ਹੋਈ ਸੀ? ਮੇਰੀ ਹੁੰਦੀ ਰਹਿੰਦੀ ਹੈ, ਮੈਂ ਉਸ ਟੀਮ ਦਾ ਹਿੱਸਾ। ਜਦੋਂ ਮੇਰਾ ਮਨ ਕਰੇ ਮੈਂ ਵੀ ਟਾਈਮ ਮੰਗ ਲੈਣਾ, ਜਦੋਂ ਉਹਨਾਂ ਨੇ ਕੋਈ ਜਿੱਦਾਂ ਡਿਊਟੀ ਲਾਉਣੀ ਹੋਵੇ ਤੇ ਉਹ ਵੀ। ਤੇ ਕਦੇ ਹੰਸਰਾਜ ਹੰਸ ਆਪਣੇ ਤੌਰ ਤੇ ਇੱਕ ਬਲੂ ਪ੍ਰਿੰਟ ਲੈ ਕੇ ਗਿਆ ਹੋਵੇ ਪੰਜਾਬ ਲਈ ਕਿ ਮੈਂ ਆਹ ਚਾਹੁੰਦਾ ਪੰਜਾਬ ਦੇ ਵਿੱਚ ਆਹ ਚੀਜ਼ਾਂ? ਹੰਸਰਾਜ ਹੰਸ ਦੀ ਸ਼ਾਇਦ ਉਹ ਲੈਵਲ ਨਹੀਂ ਆਇਆ ਕਿ ਮੈਂ, ਤੁਸੀਂ ਦੇਖਿਆ ਹੋਣਾ ਅੰਦੋਲਨ ਦੇ ਦੌਰਾਨ ਜਿੰਨਾ ਮੈਂ ਟਾਰਾਂ ਮਾਰੀਆਂ, ਜਿੰਨਾ ਮੈਂ ਚੀਖਿਆ, ਮੈਂ ਜਿੰਨਾ ਕੰਸਰਨਡ ਸੀਗਾ। ਇੱਥੇ ਆ ਗਿਆ ਸੀ ਜਲੰਧਰ, ਜਦੋਂ ਮੈਂ ਕਹਿੰਦਾ ਸੀ ਆਓ ਮੇਰੇ ਨਾਲ, ਮੈਂ ਮਿਲਾਉਣਾ ਪ੍ਰਧਾਨ ਮੰਤਰੀ ਸਾਹਿਬ ਨੂੰ ਜੀ। ਫਿਰ ਤੋਮਰ ਸਾਹਿਬ ਨਾਲ ਕਿਸਾਨ ਜਥੇਬੰਦੀਆਂ ਦੀ ਗੱਲ ਕਰਾਉਂਦਾ ਸੀ, ਕਦੀ ਕਿਸਾਨ ਜਥੇਬੰਦੀਆਂ ਦੇ ਬੰਦਿਆਂ ਨੂੰ ਘਰ ਬੁਲਾ ਕੇ ਮਿੰਨਤਾਂ ਤਰਲੇ ਕਰਦਾ ਸੀ। ਮੈਂ ਤਾਂ ਮਿੰਨਤ ਤਰਲੇ ਵਾਲਾ ਬੰਦਾ। ਮੈਂ ਉਹਨਾਂ ਨੂੰ ਵੀ ਕਹਿੰਦਾ ਸੀ ਜਲਦੀ ਵਾਈਂਡ ਅਪ ਕਰੋ, ਇਹਨਾਂ ਨੂੰ ਵੀ ਕਹਿੰਦਾ ਸੀ ਕਿਸੇ ਤਰ੍ਹਾਂ ਨਿਬੇੜੋ, ਕਿਉਂਕਿ ਮੇਰੇ ਤੋਂ ਨਹੀਂ ਸੀ ਦੇਖੇ ਜਾਂਦੇ ਬੰਦੇ ਕਿ, ਕਿਉਂਕਿ ਟਿਕਰੀ ਬਾਰਡਰ ਵੀ ਮੇਰੀ ਕੰਸਟੀਟੂਐਂਸੀ 'ਚ ਹੈ ਅਤੇ ਸਿੰਘੂ ਬਾਰਡਰ ਵੀ ਆਪਣੇ ਹਲਕੇ 'ਚ ਹੈ। ਅਤੇ ਬਦਕਿਸਮਤੀ ਕਹਿ ਲਓ ਕਿ ਮੇਰੇ ਆਪਣੇ ਲੋਕ ਭੁੱਖਣ ਭਾਣੇ, ਠੰਡ ਨਾਲ ਵੀ ਅਤੇ ਗਰਮੀ ਨਾਲ ਵੀ ਅਤੇ ਬਾਰਿਸ਼ਾਂ ਨਾਲ, ਹਰ ਮੌਸਮ ਨਾਲ ਲੜਨ। ਅਤੇ ਕੀ ਮੈਨੂੰ ਉਦੋਂ ਬਹੁਤ ਸੁੱਖ ਦੀ ਨੀਂਦ ਆਉਂਦੀ ਹੋਏਗੀ। ਮੈਂ ਯਾਰ ਪੰਜਾਬ ਦਾ ਖਾਧਾ, ਪੰਜਾਬੀਆਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ। ਬੇਸ਼ੱਕ ਮੈਂ ਦਿੱਲੀ ਤੋਂ MP ਹਾਂ, ਅਤੇ ਕਦੀ ਵੀ ਨਹੀਂ ਐਸਾ ਹੋ ਸਕਦਾ ਕਿ ਮੈਨੂੰ ਪੂਰੇ ਅੰਦੋਲਨ ਦੇ ਵਿੱਚ ਜੀ, ਕਦੀ ਮੇਰੇ ਸਾਰੇ ਇੰਟਰਵਿਊ ਚੈੱਕ ਕਰ ਲਓ, ਕਦੀ ਇੱਕ ਲਫ਼ਜ਼ ਵੀ ਮੇਰੀ ਜ਼ੁਬਾਨ ਸੜ ਜਾਏ ਜਿਵੇਂ ਜ਼ਿੰਦਗੀ 'ਚ ਕਦੀ ਆਪਣੇ ਲੋਕਾਂ ਬਾਰੇ ਭੈੜਾ ਸੋਚਾਂ ਜਾਂ ਬੋਲਿਆ ਹੋਵੇ। ਪੰਜਾਬ ਜਦੋਂ ਗੱਲ ਕਰਦੇ, ਪੰਜਾਬ 'ਚ ਹੁਣ ਸਿਆਸੀ ਮਾਹੌਲ ਬੜਾ ਭਖਿਆ ਹੈਗਾ, ਤਾਂ ਹਰੇਕ ਧਿਰ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਇੱਕ ਦੂਸਰੇ 'ਤੇ ਦੂਸ਼ਣਬਾਜ਼ੀ ਕਰਨ ਦੀ। ਤੁਸੀਂ ਸਿੱਧੇ ਤੌਰ 'ਤੇ ਕਹਿੰਦੇ ਕਿ ਮੈਂ ਕੋਈ ਉਹਨਾਂ ਵਰਗਾ ਰਵਾਇਤੀ ਸਿਆਸਤਦਾਨ ਨਹੀਂ ਹੈਗਾ, ਪਰ ਇੱਕ ਗੱਲ ਬੜੀ ਅਹਿਮ ਜਿਹੜੀ ਇਸ ਵੇਲੇ ਦੇਖਣ ਨੂੰ ਮਿਲ ਰਹੀ ਹੈ, ਉਹ ਕਹਿੰਦੇ ਨੇ ਕਿ ED ਅਤੇ CBI ਨੂੰ
ਭਾਜਪਾ ਵਰਤ ਰਹੀ ਹੈ, ਜਦੋਂ ਦਿਲ ਕਰਦਾ ਹੈ ਉਦੋਂ ਕਿਸੇ ਨਾ ਕਿਸੇ ਤੇ ਪਰਚਾ ਪਵਾ ਦਿੰਦੇ ਨੇ। ਸੁਖਪਾਲ ਸਿੰਘ ਖਹਿਰਾ ਨਾਲ ਮੈਂ ਗੱਲ ਕੀਤੀ, ਉਹ ਵੀ ਸਾਫ਼ ਤੌਰ 'ਤੇ ਇਹੀ ਕਹਿੰਦੇ ਨੇ। ਹੁਣ ਜਿਹੜਾ ਈਡੀ ਦਾ ਛਾਪਾ ਪਿਆ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਰਿਸ਼ਤੇਦਾਰਾਂ ਦੇ, ਉਹ ਵੀ ਕਹਿੰਦੇ ਕਿ ਭਾਜਪਾ ਮੌਕੇ ਦੇ ਹਿਸਾਬ ਨਾਲ ਨਜ਼ਾਕਤ ਦੇਖ ਕੇ ਵਾਰ ਕਰਦੀ ਹੈਗੀ, ਸਿਆਸੀ ਵਾਰ। ਉਹ ਕਹਿੰਦੇ ਵੀ ਇਹ ਪੋਲੀਟੀਕਲ ਵੈਂਡੇਟਾ ਕਰਦੇ ਨੇ। ਮੰਨਦੇ ਹੋ ਇਹ ਚੀਜ਼ਾਂ ਨੂੰ? ਮੈਂ ਤੁਹਾਨੂੰ ਫਿਰ ਤੁਸੀਂ ਕਹੋਗੇ ਆਪਣੀ ਗੱਲ ਕਰਦਾ, ਮੈਂ ਤੁਹਾਨੂੰ ਦੱਸਦਾ। ਥੋੜ੍ਹੀ ਪੁਰਾਣੀ ਗੱਲ ਹੈ, ਮੈਂ ਰਨਾ ਹੋ ਗਿਆ, ਪੈਸੇ ਪੂਸੇ ਕਮਾਉਣ ਲੱਗ ਪਿਆ ਵਾਹਵਾ, ਤੇ ਵੱਡੇ ਮਕਾਨ ਵੀ ਖਰੀਦਣੇ ਸ਼ੁਰੂ ਕਰਤੇ। ਤੇ ਮੈਂ ਗਾ ਗੂ ਕੇ ਰਾਤ ਨੂੰ ਅੱਧੀ ਰਾਤ ਤੋਂ ਬਾਅਦ ਆਉਂਦਾ ਸਾਂ, ਸਾਡਾ ਕੰਮ ਹੀ ਰਾਤਾਂ ਦਾ ਸੀ। ਲੇਟ ਫਿਰ ਉੱਠਣਾ, ਫਿਰ ਰੋਜ਼ ਹੀ ਖਾੜੇ ਹੁੰਦੇ ਸੀ। ਤੇ ਪਤਾ ਲੱਗਾ ਜੀ, ਮੈਂ ਉੱਪਰ ਸੁੱਤਾ ਸੀ ਤੇ ਪਤਾ ਲੱਗਾ ਜੀ ਡਰਾਇੰਗ ਰੂਮ 'ਚ ਇਨਕਮ ਟੈਕਸ ਦਾ ਰੇਡ ਹੋ ਗਿਆ। ਮੈਂ ਕਿਹਾ ਚਾਹ ਚੂ ਲਿਆਓ, ਕੋਈ ਗੱਲ ਨਹੀਂ, ਤੇ ਲੱਡੂ 20-25 ਕਿਲੋ ਜ਼ਰੂਰ ਲਿਆਓ। ਕਿ ਇੱਕ ਮਜ਼ਦੂਰ ਦਾ ਬੇਟਾ, ਇਹਦੇ ਘਰ ਇਨਕਮ ਟੈਕਸ ਵਾਲੇ, ਇਹਦਾ ਮਤਲਬ ਆਪਾਂ ਵੱਡੇ ਬੰਦੇ ਬਣ ਗਏ। ਤੇ ਫਿਰ ਮੈਂ ਆਪਣੇ ਆਰਾਮ ਨਾਲ ਉਤਰਿਆ ਸੀ ਥੱਲੇ, ਉਹ ਆਪਣਾ ਪੁੱਟਦੇ ਪੜਦੇ ਦੇਖਦੇ ਦੁਖਦੇ ਰਹੇ। HSO ਹੀ ਬੜੇ ਵੱਡੇ ਬੰਦੇ ਆ, ਪਟਿਆਲੇ ਰਹਿੰਦੇ, ਪੁੱਛ ਲਿਓ ਕਿਸੇ ਨੂੰ, ਮੈਂ ਨਾਂ ਅਨਾਊਂਸ ਕਰ ਰਿਹਾ। ਥੱਲੇ ਬੈਠੇ ਸੀ ਤੇ ਕਹਿੰਦੀ, ਮੈਂ ਕਿਹਾ ਜੀ ਜਦੋਂ ਰੇਡ ਸ਼ੇਡ ਕਰਦੇ ਕੀ ਹੁੰਦਾ? ਕਹਿੰਦੇ ਜੀ ਕਈਆਂ ਨੂੰ ਹਾਰਟ ਅਟੈਕ ਹੋ ਜਾਂਦੇ ਆ। ਜਦੋਂ ਲੱਡੂ ਵੰਡਣ ਲੱਗੇ ਉਹਨਾਂ ਨੂੰ ਹਾਰਟ ਅਟੈਕ ਹੋਣ ਲੱਗਾ ਸੀ। ਉਹ ਮੈਂ ਕਿਹਾ ਤੁਹਾਡਾ ਮੁਖਬਰ ਆ ਨਾ ਜਿਹੜਾ ਇਨਫਾਰਮਰ ਆ, ਉਹ ਅਜੇ ਕੱਚਾ ਆ, 3 ਪ੍ਰਾਪਰਟੀਆਂ ਉਹਨੇ ਅਜੇ ਹੋਰ ਨਹੀਂ ਐਡ ਕੀਤੀਆਂ, ਵੀ ਐਡ ਕਰੋ। ਦੱਸੋ ਮੈਨੂੰ, ਮੇਰੀ ਕਮਾਈ ਦੀ ਵੀਡੀਓ ਬਣਦੀ ਜੋ, ਮੇਰੀ ਕੋਈ ਬੇਨਾਮੀ ਜਾਇਦਾਦ ਨਹੀਂ। ਜਿਹੜੇ ਮਕਾਨ ਨੂੰ ਚੈੱਕ ਕਰੋ, ਉੱਥੇ ਹੰਸਰਾਜ ਹੰਸ ਦੇ ਨਾਂ ਦੀ ਰਜਿਸਟਰੀ ਆ। ਮੈਨੂੰ ਈਡੀ ਸ਼ੀਡੀ ਕੀ ਕਹਿ ਲਓਗੇ? ਜਿਹੜੇ ਕਰਪਟ ਬੰਦੇ ਉਹ ਡਰਨ ਈਡੀ ਤੋਂ। ਜਿਹੜੀ ਹਰਾਮ ਦੀ ਕਮਾਈ ਖਾਂਦੇ ਉਹ ਫਿਰ ਕਹਿੰਦੇ ਜੀ ਇਹ ਲਾਗ ਡਾਟ ਆ ਜੀ, ਭਾਜਪਾ ਕਰਦੀ ਹੈ। ਭਾਜਪਾ ਨੇ ਕੀ ਲੈਣਾ? ਕਰਪਸ਼ਨ ਖਤਮ ਕਰੋ। ਜਦੋਂ ਘਰਾਂ ਚੋਂ ਕਰੋੜਾਂ ਰੁਪਈਏ ਤੁਹਾਡੇ ਲੱਭਦੇ ਆ, ਉਹ ਈਡੀ ਦਾ ਕਸੂਰ ਹੈ? ਇੱਥੇ ਆ ਜਾਣ ਚੋਰ, ਸਾਰੀ ਰਾਤ ਫਿਰਦੇ ਰਹਿਣ, ਤੜਕੇ ਜਾਂ ਇਹੋ ਹੀ ਕਹਿਣਗੇ ਉਹ ਕੋਈ ਕੰਮ ਕੁੰਮ ਵੀ ਕਰਿਆ ਕਰੋ। ਲੱਭਣਾ ਹੀ ਕੱਖ ਨਹੀਂ ਜੀ। ਜਿਹੜੇ ਖਾ ਰਹੇ ਉਹਨਾਂ ਦੀ ਰੇਡਾਂ ਹੋ ਰਹੀਆਂ, ਉਹਨਾਂ ਤੇ ਰੇਡਾਂ ਹੋਣੀਆਂ। ਡਰਨ ਦੀ ਲੋੜ ਕੀ ਹੈ ਯਾਰ? ਈਡੀ ਹੋਵੇ ਕੋਈ, ਇਨਕਮ ਟੈਕਸ ਵਾਲੇ ਹੁਣ ਈਡੀ ਹੋਵੇ ਕੋਈ ਹੋਵੇ, ਜੇ ਤੁਸੀਂ ਸਿਰਫ ਮੈਨੂੰ MP ਆ, ਮੈਂ ਤਨਖਾਹ ਤੇ ਡਿਪੈਂਡ ਕਰਦਾ, ਤੇ ਮੇਰੇ ਵੱਲੋਂ ਰੋਜ਼ ਆਵੇ ਈਡੀ, ਜੀ ਆਇਆਂ ਨੂੰ, ਚਾਹ ਪਿਲਾਵਾਂਗੇ, ਪਕੌੜੇ ਖਿਲਾਵਾਂਗੇ। ਇਹ ਜਿਹੜਾ ਬੰਦੇ ਨੇ ਹਰਾਮ ਦੀ ਕਮਾਈ ਖਾਧੀ ਆ, ਉਹ ਡਰੇ ਈਡੀ ਤੋਂ। ਹਾਂ ਸਾਹਿਬ, ਜਦੋਂ ਤੁਹਾਡੀ ਗੱਲ ਕਰਦੇ ਤੁਸੀਂ, ਆਪਾਂ ਹੁਣ ਅੰਤ ਵੱਲ ਵੱਧਦੇ ਹੈਗੇ ਇਸ ਇੰਟਰਵਿਊ ਦੇ, ਤਾਂ ਜ਼ਿਕਰ ਕਰਨਾ ਬਣਦਾ ਕਿ ਜਿਸ ਤਰੀਕੇ ਨਾਲ ਇਸ ਵੇਲੇ ਬੜਾ ਬਰਬਰਤਾ ਵਾਲਾ ਮਾਹੌਲ ਕਹਿ ਸਕਦੇ ਹਾਂ ਆਪਾਂ, ਜਾਂ ਬੜਾ ਚਿੰਤਾ ਵਾਲਾ ਮਾਹੌਲ ਇਸ ਵੇਲੇ ਪੰਜਾਬ ਦੀਆਂ ਫਿਜ਼ਾਵਾਂ ਦੇ ਵਿੱਚ ਹੈਗਾ, ਨਜ਼ਰ ਆ ਰਿਹਾ ਕੋਈ ਇੱਕ ਸਿਆਸਤਦਾਨ ਚੰਗਾ ਨਜ਼ਰ ਆ ਰਿਹਾ ਤੁਹਾਨੂੰ ਪੰਜਾਬ ਦੇ ਵਿੱਚ? ਖਾਸ ਕਰਕੇ ਅਰਦਾਸ ਹੀ ਕਰ ਸਕਦਾ। ਮੈਨੂੰ ਤਾਂ ਤਕਲੀਫ, ਜਦੋਂ ਆਪਾਂ ਸਖਤ ਦੌਰ 'ਚੋਂ ਪਹਿਲੀ ਗੱਲ ਗੁਜ਼ਰ ਰਹੇ ਲੋਕ ਹੈ, ਸਭ ਤੋਂ ਸਖਤ ਦੌਰ 'ਚ, ਜਦੋਂ ਸਾਡੇ ਬੱਚੇ ਧੀਆਂ ਪੁੱਤ ਟੈਂਕੀਆਂ ਤੇ ਚੜ੍ਹੇ ਆ, ਕੋਈ ਉੱਥੇ ਜਾਣਾ ਚਾਹੁੰਦਾ ਕੈਨੇਡਾ ਅਮਰੀਕਾ ਆਈਲੈਟਸ ਕਰਕੇ, ਕੋਈ ਬਿਮਾਰੀ ਨਾ ਮਰ ਰਿਹਾ, ਕੋਈ ਠੰਡ ਨਾ ਮਰ ਰਿਹਾ, ਕੋਈ ਗਰਮੀ ਨਾ, ਹਰ ਮੌਸਮ ਸਾਡੇ ਲਈ ਆਫਤ ਹੀ ਬਣ ਕੇ ਆਉਂਦਾ, ਕਿਉਂਕਿ ਸੋਸ਼ਲ ਸਿਕਿਉਰਿਟੀ ਹੈ ਨਹੀਂ ਗੀ। ਕੋਈ ਅਨਐਮਪਲੋਇਮੈਂਟ ਦਾ, ਜੋਬਸ ਲੈਸ, ਬੱਚੇ ਤੁਰਨ ਫਿਰਨ ਡੇ ਵਿਚਾਰੇ ਵਿਹਲੇ। ਤੇ ਮੈਂ ਅਰਦਾਸ ਕਰਦਾ, ਇਹ ਸੱਚਾ ਪਾਤਸ਼ਾਹ, ਇਹ ਤੇਰੀ ਧਰਤੀ ਆ, ਇੱਥੇ ਤੁਸੀਂ ਤਸ਼ਰੀਫ ਲਿਆਏ, ਤੁਸੀਂ ਇੱਥੇ ਸ਼ਬਦ ਦਾ ਪਾਸਾਰ ਕੀਤਾ, ਸੰਚਾਰ ਕੀਤਾ, ਪ੍ਰਚਾਰ ਕੀਤਾ, ਗੁਰੂ ਵਾਲੇ ਬਣਾਏ, ਇੱਥੇ ਉਪਨਿਸ਼ਦ ਲਿਖੇ ਗਏ, ਇੱਥੇ ਵੇਦ ਲਿਖੇ ਗਏ, ਇੱਥੇ ਐਡੇ ਧਾੜਵੀ ਵੀ ਆਏ, ਐਡੀ ਗੈਰਤਮੰਦ ਕੌਮ ਹੁੰਦੀ ਸੀ। ਇਹ ਸੱਚਾ ਪਾਤਸ਼ਾਹ, ਇਹ ਗੁਰੂਆਂ ਪੀਰਾਂ ਫਕੀਰਾਂ ਆਸ਼ਕਾਂ ਰਾਈਟਰਾਂ ਦੀ ਧਰਤੀ ਸੀ। ਇੱਥੇ ਦਾਰਾ ਸੋਂ ਵਰਗੇ ਤੂੰ ਭਲਵਾਨ ਪੈਦਾ ਕੀਤੇ, ਮੇਹਰਦੀਨ ਵਰਗੀਆਂ ਹਸਤੀਆਂ, ਇੱਥੇ ਵੱਡੇ ਗੁਲਾਮ ਅਲੀ ਖਾਂ ਵਰਗੇ, ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਵਰਗੀਆਂ ਹਸਤੀਆਂ ਪੈਦਾ। ਇਹ ਮੇਰੇ ਅਦਾਤਿਆ, ਪੰਜਾਬ ਨੂੰ ਬਖਸ਼ ਲਾ, ਕੋਈ ਚੱਜ ਦਾ ਬੰਦਾ ਸਾਨੂੰ ਹਾਕਮ ਦੇ ਦੇ, ਰੂਲਰ ਦੇ ਦੇ। ਇੱਥੇ ਤੇ ਕੋਈ ਰੇਤਾ ਫੱਕਣ ਵਾਲਾ ਲੱਭਦਾ, ਤੇ ਕੋਈ ਸਾਨੂੰ ਕੋਈ ਚਿੱਟੇ ਵੇਚੀ ਜਾਂਦਾ, ਕੋਈ ਖੱਟੇ ਵੇਚੀ ਜਾਂਦਾ। ਲਾਹਨਤੀ ਲੋਕਾਂ ਤੋਂ ਸਾਨੂੰ ਬਚਾ ਲਾ ਰੱਬਾ ਮੇਰਿਆ, ਵਰਨਾ ਇਹ ਤੇਰੀ ਧਰਤੀ ਆ, ਤੂੰ ਹੀ ਫਿਕਰ ਕਰ। ਬੰਦੇ ਤਾਂ ਮੈਨੂੰ ਲੱਗਦੇ ਇਹਨਾਂ ਨੂੰ ਸਾਰੇ ਮੁੱਦੇ ਇਲੈਕਸ਼ਨ 'ਚ ਹੀ ਸਿਰਫ ਯਾਦ ਆਉਂਦੇ ਆ, ਬਾਅਦ 'ਚ ਤਾਂ ਤੁਸੀਂ ਦੇਖਿਆ ਹੀ ਆ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਕਹਿੰਦੇ ਕਿ ਸਾਨੂੰ ਇੱਕ ਮੌਕਾ ਦੇ ਦਿਓ, ਅਸੀਂ ਪੰਜਾਬ ਦਾ ਭਲਾ ਕਰ ਦੇਵਾਂਗੇ। ਚਰਨਜੀਤ ਸਿੰਘ ਚੰਨੀ ਕਹਿੰਦੇ ਮੈਂ ਲੋਕਾਂ ਦਾ ਬੇਟਾ ਹੈਗਾ, ਮੈਨੂੰ ਮੌਕਾ ਦੇ ਦਿਓ। ਨਵਜੋਤ ਸਿੰਘ ਸਿੱਧੂ ਆਪਣਾ ਮੌਕਾ ਮੰਗਦੇ। ਸਾਰਿਆਂ ਨੂੰ ਹੱਕ ਆ, ਆਪਣੇ ਹੀ ਆ, ਪਿਆਰੇ ਆ। ਚੰਨੀ ਸਾਹਿਬ ਆਪਣੇ ਪਿਆਰੇ ਆ, ਭਗਵੰਤ ਮਾਨ ਆਪਣੀ ਜਾਨ ਆ, ਸਾਰੇ ਹੀ ਆ। ਉਹਨਾਂ ਨੂੰ ਇਹ ਨਹੀਂ ਨਾ ਪਤਾ ਉਹਨਾਂ ਦੇ ਪਿੱਛੇ ਜਿਹੜੇ ਆ ਉਹਨਾਂ ਨੇ ਕੀ ਕੀਤਾ ਹੋਇਆ ਪਾਪ।
ਤੇ ਉਹ ਅੱਗੋਂ ਵੀ ਪਾਪ ਹੀ ਕਰਨਾ ਉਹਨਾਂ ਕਰਾਉਣਾ ਉਹਨਾਂ ਐਕਸਕਿਊਜ਼ ਮੀ ਮਾਫ ਕਰ ਦੇਣਾ। ਠੀਕ ਹੈ ਹਾਂ ਕੋਈ ਗੱਲ। ਤੇ ਉਹ ਬਸ ਉਹਨਾਂ ਨੂੰ ਚਾਹੀਦਾ ਕਿ CM ਜੇ ਕਿਤੇ ਬਣ ਗਏ ਤੇ ਰੇਤਾ ਰੂਤਾ ਨਾ ਫੱਕਣ ਲੱਗ ਪੈਣ। ਹਾਂਜੀ ਤਾਂ ਵੈਸੇ ਤੁਹਾਨੂੰ ਕੀ ਲੱਗਦਾ ਕਿ CM ਕਿੱਦਾਂ ਦਾ ਹੋਣਾ ਚਾਹੀਦਾ, ਕਿਉਂਕਿ ਤੁਹਾਡੀ ਵੀ ਇੱਕ ਸੋਚ ਹੋਣੀ ਹੈ ਨਾ ਕਿ ਇੱਦਾਂ ਦਾ CM ਹੋਣਾ ਚਾਹੀਦਾ ਪੰਜਾਬ ਦਾ? CM ਇੱਦਾਂ ਦਾ ਹੋਣਾ ਚਾਹੀਦਾ ਕਿ ਪਹਿਲਾਂ ਇਸ ਧਰਤੀ ਦਾ ਫਿਕਰ ਕਰੇ, ਐਗਰੀਕਲਚਰ ਜਿੱਥੇ ਜਿਹੜਾ ਸਾਡਾ ਮੇਰੀ ਮੁਰਾਦ ਹੈ ਕਿਸਾਨੀ, ਜਿਹੜਾ ਸਾਡਾ ਆਧਾਰ ਹੈ ਆਪਾਂ ਕਹਿ ਲਈਏ ਆਧਾਰ ਆ, ਪਾਣੀ ਦੇ ਲੈਵਲ ਨੂੰ ਚੈੱਕ ਕਰੇ ਕਿਉਂ ਆ, ਫਸਲਾਂ ਉਹ ਬੀਜੀਆਂ ਜਾਣ ਜਿਹਦੇ ਨਾਲ ਜਿੰਨੀ ਕੁ ਨੁਕਸਾਨ ਹੋਇਆ ਉਹ ਤਾਂ ਹੁਣ ਪੂਰਾ ਨਹੀਂ ਹੋ ਸਕਦਾ, ਜਿੰਨਾ ਕੁ ਹੈ ਉਹ ਤਾਂ ਬਚਾ ਲਈਏ। ਫਿਰ ਉਹ ਬੱਚਿਆਂ ਨੂੰ ਐਜੂਕੇਸ਼ਨ, ਵਨ ਨੇਸ਼ਨ ਵਨ ਐਜੂਕੇਸ਼ਨ ਹੋਵੇ। ਇਹ ਕਿੰਨਾ ਫਰਕ ਆ ਕਿ ਇੱਕ ਸਰਦਾ ਪੁੱਜਦਾ ਬੱਚਾ ਜਿਹਦੇ ਪੇਰੈਂਟਸ ਅਫੋਰਡ ਕਰਦੇ ਆ, ਵੱਡੇ ਸਕੂਲਾਂ 'ਚ ਪੜ੍ਹੇ, ਕਨਵੈਂਟ ਸਕੂਲਾਂ 'ਚ, ਇੱਕ ਵਿਚਾਰਾ ਉਹ ਖੋਤੀ ਖਾਨਿਆਂ 'ਚ ਪੜ੍ਹੇ, ਕਿੱਥੋਂ IAS ਦੇ ਦਾਂਗੇ, ਕਿੱਥੋਂ IP? ਜੇ ਧੱਕੇ ਖਾ ਕੇ ਡਿਗਰੀ ਲੈ ਹੀ ਲਵੇ ਤਾਂ ਉਹਨਾਂ ਨੂੰ ਜੋਬ ਦੇਣ ਜੋਗਾ ਕੋਈ CM ਹੋਵੇ, ਕੋਈ ਟੈਂਕੀਆਂ ਤੇ ਧੀਆਂ ਨਾ ਛਾਲਾਂ ਮਾਰਨ, ਉੱਥੇ ਕਰਵਾ ਚੌਥ ਨਾ ਮਨਾਉਣ, ਤੇ ਇਲਾਜ ਲੂਜ ਜਿਹੜਾ ਨਹੀਂ ਕਰਾ ਸਕਦਾ ਉਹਦਾ ਫ੍ਰੀ ਹੋਵੇ। ਫਿਰ ਇੱਥੇ ਇੰਡਸਟਰੀ ਨਹੀਂ ਕੋਈ ਚੱਜ ਦੀ ਲੱਗ ਰਹੀ, ਸਾਰੀ ਸ਼ਿਫਟ ਹੋ ਰਹੀ ਹੈ। ਕੋਈ ਐਸਾ CM ਆਵੇ ਜਿਹੜਾ ਧਰਤੀ ਤੋਂ ਲੈ ਕੇ ਇੰਡਸਟਰੀ, ਹੈਲਥ, ਐਜੂਕੇਸ਼ਨ, ਅਨਐਮਪਲੋਇਮੈਂਟ ਦੇ ਬਾਰੇ ਫਿਕਰ ਕਰੇ ਔਰ ਪੰਜਾਬ ਨੂੰ ਨਵਾਂ ਪੰਜਾਬ ਇੱਕ ਸਿਰਜੇ। ਕੀ ਭਾਜਪਾ ਕੋਲ ਇੱਦਾਂ ਦਾ ਚਿਹਰਾ ਹੈਗਾ ਕੋਈ ਇਸ ਵੇਲੇ ਪੰਜਾਬ ਲਈ? ਭਾਜਪਾ ਮੈਨੂੰ ਲੱਗਦਾ ਚਿਹਰਿਆਂ ਚੂਰਿਆਂ 'ਚ ਬੜਾ ਨਹੀਂ ਵਿਸ਼ਵਾਸ ਕਰਦੀ, ਇਹ ਮਿਹਨਤ ਕਰਨ ਲੱਗ ਪੈਂਦੀ ਇਹਨਾਂ ਦੇ। ਜਿੱਦਾਂ ਹੁਣ ਮੈਂ ਅਦਨਾ ਜਿਹਾ ਪ੍ਰਚਾਰਕ ਜਿਹਾ ਬਣ ਕੇ, ਤੁਸੀਂ ਦੇਖਿਆ ਹੋਏਗਾ ਜਿੱਦਾਂ ਦਾ ਮੈਂ ਆਇਆ, ਮੈਂ ਛੁੱਟੀ ਨਹੀਂ ਕਰਦਾ। ਤੁਸੀਂ ਮੀਡੀਆ 'ਚ ਇਹ ਹੈਗਾ ਕਿ ਆਪਾਂ ਛੁੱਟੀ ਨਹੀਂ ਕਰਨੀ, ਜਿਹੜੀ ਮੇਰੀ ਡਿਊਟੀ ਲਾਈ ਕਰੀ ਜਾਣੀ, ਤੇ ਇੱਦਾਂ ਹੀ ਸਾਰੇ ਲੱਗੇ ਹੋਏ ਆ। ਤੇ ਇਹ ਫਿਰ ਬਾਅਦ 'ਚ ਸੋਚਦੇ ਆ ਕਿ ਕਿਹੜਾ ਬੰਦਾ ਯੋਗ ਆ, ਉਹਨੂੰ ਫਿਰ ਬਿਠਾ ਦਿੰਦੇ। ਹੰਸਰਾਜ ਹੰਸ ਤੇ ਮੇਅਰ ਹੋ ਸਕਦੀ ਭਾਜਪਾ ਤੇ ਮੇਰੇ ਤੇ ਤਾਂ ਮਿਹਰ ਆਲਰੇਡੀ ਹੋਈ ਹੋਈ ਆ ਜੀ, ਮਿਹਰ ਦਰ ਮਿਹਰ ਕੀ ਕਰਨੀ ਹੈ। ਹਾਂ ਆਪਾਂ ਮੈਂ ਕਿਸੇ ਮੇਰੇ ਤੇ ਮੇਰਾ ਸੱਚੇ ਪਾਤਸ਼ਾਹ ਮਿਹਰ ਰੱਖੇ। ਸਰ ਅਖੀਰ ਤੇ ਸਿਆਸਤ ਦੀਆਂ ਗੱਲਾਂ ਬਹੁਤ ਹੋ ਗਈਆਂ, ਪਰ ਕੋਈ ਕਦੀ ਨਹੀਂ ਇਸ ਤਰ੍ਹਾਂ ਦਾ ਮੈਂ ਟਾਈਟਲ, ਮੈਂ ਤੁਹਾਨੂੰ ਦੱਸਿਆ ਨਾ, ਮੈਂ ਇਮਾਨਦਾਰੀ ਨਾਲ ਸ਼ੀਸ਼ਾ ਦੇਖਦਾ ਜੀ। ਮੈਨੂੰ ਮੇਰੀ ਔਕਾਤ ਦਾ ਵੀ ਪਤਾ ਤੇ ਦੇਣ ਵਾਲੇ ਦੀ ਔਕਾਤ ਦਾ ਵੀ ਪਤਾ। ਮੈਂ ਉਹੀ ਕਹਿਣ ਲੱਗਾ ਸੀਗਾ ਅਖੀਰ ਤੇ, ਇੱਕ ਕਿਉਂਕਿ ਸੰਗੀਤ ਜਗਤ ਨਾਲ ਜੁੜੇ ਹੋਏ ਹੋ ਤੁਸੀਂ, ਇੱਕ ਬੜੀ ਪਿਆਰੀ ਰੂਹ ਸਾਡੇ ਦੇ ਵਿੱਚੋਂ ਪਿਛਲੇ ਦਿਨਾਂ ਦੇ ਵਿੱਚ ਗਈ ਹੈ, ਲਤਾ ਮੰਗੇਸ਼ਕਰ ਹੁਣੀ ਇਸ ਜਹਾਨ ਨੂੰ ਬਹੁਤ ਤੋਂ ਰੁਖਸਤ ਹੋ ਗਏ। ਹਾਂਜੀ, ਮੈਂ ਤਾਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਉਹ ਸੁਰਾਂ ਦੀ ਦੇਵੀ ਸਰਸਵਤੀ ਮਈਆ ਦਾ ਅਵਤਾਰ ਸੀਗਾ। ਦੇਖੋ ਗਵਈਏ ਬਹੁਤ ਪੈਦਾ ਹੁੰਦੇ ਰਹਿਣਗੇ, ਲਤਾ ਇੱਕੋ ਸੀ ਪੂਰੀ ਦੁਨੀਆ 'ਚ। ਲਤਾ ਜੀ ਦਾ ਜਾਣਾ ਇੱਦਾਂ ਹੀ ਆ ਜਿੱਦਾਂ ਕਿ ਇੱਕ ਯੁੱਗ ਦਾ ਅੰਤ ਹੋ ਜਾਏ। ਤੇ ਮੈਂ ਉਹਨਾਂ ਦੇ ਚਰਨ ਸਪਰਸ਼ ਕੀਤੇ, ਇੱਕ ਤੋਂ ਵੱਧ ਵਾਰ ਮੈਂ ਮਿਲਿਆ। ਉਹਨਾਂ ਨੇ ਆਪਣੇ ਜਨਮ ਦਿਨ ਤੇ ਵੀ ਮੈਨੂੰ ਬੁਲਾਇਆ। ਮੈਂ ਉਹੀ ਜ਼ਿਕਰ ਕਰਨ ਲੱਗਾ ਸੀਗਾ ਕਿ ਕੋਈ ਤੁਹਾਡੀ ਭੇਂਟ ਉਹਨਾਂ ਨਾਲ ਹੋਈ ਹੋਵੇ, ਕੋਈ ਚੀਜ਼ਾਂ ਯਾਦ ਰਹੀਆਂ ਹੋਣ? ਜ਼ਬਰਦਸਤ ਯਾਦ। ਮਾਂ ਦੀਦੀ ਕਹਿੰਦੇ, ਦੀਦੀ ਸੀ ਲੱਗਦੀ ਉਹ ਮਾਂ ਸੀ ਜਦੋਂ ਸਿਰ ਤੇ ਹੱਥ ਰੱਖਦੀ ਸੀ। ਔਰ ਸਾਡੇ ਵਰਗੇ ਛੋਟੇ ਛੋਟੇ ਗਵਈਆਂ ਦੇ ਹੌਸਲਾ ਅਫਜ਼ਾਈ ਬਹੁਤ ਕਰਦੇ ਸੀ। ਤੇ ਉਹਨਾਂ ਨੇ ਇੰਨੀ ਸਾਦਾ ਜ਼ਿੰਦਗੀ ਜੀਵੀ ਆ, ਬੱਲੇ 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 ਬੱਲੇ। ਸਾਡੇ ਤਾਂ ਜੇ ਰੀਲ ਅਜੇ ਬਣੀ ਨਹੀਂ ਹੁੰਦੀ, ਤਿਆਰ ਵੀ ਨਹੀਂ ਹੋਈ ਹੁੰਦੀ ਰਿਕਾਰਡਿੰਗ, 5-7 ਗਨਮੈਨ ਮੋਲੀ ਲੈ ਕੇ ਤੁਰ ਪੈਂਦੇ ਅਸੀਂ ਕਿ ਪਤਾ ਲੱਗੇ ਸਟਾਰ ਆ ਰਿਹਾ। ਉਹ ਤਾਂ ਸਾਰੀ ਜ਼ਿੰਦਗੀ ਸਾਦਗੀ ਨਾਲ ਰਹੀ। ਇਹ ਦੇਵੀ ਸੀ, ਦੇਵੀ ਚਲੇਗੀ ਦੁਨੀਆ 'ਚੋਂ, ਦੇਵਲੋਕ 'ਚੋਂ ਆਈ ਸੀ, ਦੇਵਲੋਕ 'ਚ ਚਲੀ ਗਈ। ਹਾਂ ਸਰ, ਕੁਝ ਉਹਨਾਂ ਨੂੰ ਯਾਦ ਕਰਦੇ ਹੋਏ ਕੋਈ ਜ਼ਿਹਨ 'ਚ ਸਤਰਾਂ ਆਉਂਦੀਆਂ ਹੋਣ ਜਿਹੜੀਆਂ ਤੁਸੀਂ ਉਹਨਾਂ ਨੂੰ ਅੱਜ ਆਪਣੇ ਤੌਰ 'ਤੇ ਇੱਕ ਸ਼ਰਧਾਂਜਲੀ ਵਜੋਂ ਭੇਂਟ ਕਰਨੀ? ਮੈਂ ਜੋ ਉਹਨਾਂ ਦੇ ਜਨਮ ਦਿਨ 'ਤੇ ਉਹਨਾਂ ਦਾ ਗਾ ਹੈ ਗੀਤ, ਥੋੜਾ ਸੁਣਾਉਣਾ। ਬਿਲਕੁਲ। यारा सिली सिली रात में बिरहा का जलना, यारा सिली सिली वो ढोला सिली सिली, सिली सिली रात में बिरहा का जलना, ये भी कोई जीना है, ये भी कोई जीना है,
भी कोई मरना यार, सिली सिली रात में बिरहा का जलना। एक होर गीत उन्हां दा, मैं तो मेरे उस्ताद जी शाहकोटी साहब दाते साडे, एक वारी इत्थे भार्गो कैंप एरिया, उत्थे फौजी स्पीकरां वाला हुंदा सी, उदों तवे हुंदे सी, साडे कोल कख नहीं सी हुंदा, ना टेप रिकॉर्ड ना। उत्थे जाना, सारा दिन एक गाना सुनते रहे, भला किहड़ा गाना? वो गाना सी मोहब्बत की झूठी कहानी पे रोए, मोहब्बत की झूठी कहानी पे रोए, बड़ी चोट खाई जवानी पे रोए, जवानी पे रोए, मोहब्बत की झूठी कहानी पे रोए। एक उन्हां दा गाना सी ऐ मेरे वतन के लोग, कहते पंडित जी दी अखां च आंसू आ गए, सारे राष्ट्रपति साहब भी, प्रधानमंत्री साहब, हुण उन्हां दी चिता जल रही सी, ते उस तो पहला मौजूदा प्रधानमंत्री गया, वो भी अखां उन्हां दियां नम सी। मेरी बदकिस्मती कह लो कि उधर चिता जल रही सी, उधर लाइव इंडिया टीवी ने मैनू लिया है सी, कहन लगे कुछ गा, मैं कहा यार की गावां, यही गीत मैं अपने हिसाब नाल स्पॉन्टेनियस वो लाइनां आईयां, है मेरे वतन के लोगों जरा आँख में भर लो पानी, दीदी को विदा आज करके आज ख़त्म हो गई कहानी, है मेरे वतन के लोगों ज़रा आँख में भर लो पानी, दीदी को विदाई दे के सर की ख़त्म हो गई कहानी। ऐसे कुछ मैं गाता। बहुत शुक्रिया, ਤੁਸੀਂ ਆਪਣੇ ਕੀਮਤੀ ਸਮੇਂ 'ਚ ਸਮਾਂ ਦਿੱਤਾ। ਮੈਨੂੰ ਲੱਗਦਾ ਕਿ ਅੱਜ ਜਿੰਨੀਆਂ ਵੀ ਗੱਲਾਂ ਹੋਈਆਂ, ਕੁਝ ਅਸੀਂ ਲੈ ਕੇ ਚੱਲੇ ਹਾਂ ਤੇ ਕੁਝ ਲੋਕਾਂ ਨੂੰ ਵੀ ਸੁਣ ਕੇ ਚੰਗਾ ਲੱਗਾ ਹੋਊਗਾ। ਬੜੀ ਮਿਹਰਬਾਨੀ ਜੀ। ਸਪੋਕਸਮੈਨ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਤੁਹਾਡੇ ਵਿਊਵਰਸ ਵੀ, ਮਾਲਕ ਤੁਹਾਨੂੰ ਜੇ ਕੋਈ ਮੇਰੇ ਤੋਂ ਕੋਈ ਚੰਗੀ ਗੱਲ ਕਹਿ ਗਈ ਹੋਵੇ ਤੇ ਕਹਿ ਗਿਆ ਹੋਵਾਂ ਤੇ ਉਹਨੂੰ ਅਪਣਾਓ ਤੇ ਸੱਚਿਆਂ ਨੂੰ ਅੱਗੇ ਲਿਆਓ, ਸੱਚ ਨੂੰ ਅੱਗੇ ਲਿਆਓ। ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਹੰਸਰਾਜ ਹੰਸ, ਪੰਜਾਬ ਦੇ ਵਿੱਚ ਘੁੰਮ ਰਹੇ ਨੇ, ਲੋਕਾਂ ਦੇ ਵਿੱਚ ਵਿਚਰ ਰਹੇ ਨੇ, ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਨੇ। ਕਹਿੰਦੇ ਨੇ ਕਿ ਭਾਜਪਾ ਨੂੰ ਮੌਕਾ ਦੇਣਾ ਚਾਹੀਦਾ ਤਾਂ ਜੋ ਪੰਜਾਬ ਦੇ ਵਿੱਚ ਅਤੇ ਕੇਂਦਰ ਦੇ ਵਿੱਚ ਇੱਕੋ ਹੀ ਸਰਕਾਰ ਹੋਵੇ ਤੇ ਪੰਜਾਬ ਦਾ ਭਲਾ ਹੋ ਸਕੇ। ਫਿਲਹਾਲ 10 ਮਾਰਚ ਨੂੰ ਨਤੀਜੇ ਆਉਣੇ ਨੇ। 20 ਮਾਰਚ ਨੂੰ ਬਹੁਤ ਸਾਰੇ ਉਮੀਦਵਾਰਾਂ ਦੀ ਕਿਸਮਤ ਜਿਹੜੀ ਹੈ ਡੱਬਿਆਂ ਦੇ ਵਿੱਚ, ਉਹ ਮਸ਼ੀਨਾਂ ਦੇ ਵਿੱਚ ਬੰਦ ਹੋ ਜਾਣੀ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ਲੋਕ ਕਿੱਧਰਲੇ ਪਾਸੇ ਨੂੰ ਜਿੱਤ ਦਾ ਫਤਵਾ ਸੁਣਾਉਂਦੇ ਨੇ। ਸਹਿਯੋਗੀ ਕਰਨ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਜਲੰਧਰ।